ਮਨੁੱਖੀ ਸੁਭਾਵ ਕੁਝ ਇਸ ਪ੍ਰਕਾਰ ਦਾ ਵੇਖਣ ਵਿੱਚ ਆਉਂਦਾ ਹੈ। ਮਨੁੱਖ ਦੇ ਆਪਣੇ ਉਦਮ, ਆਪਣੇ ਉਪਰਾਲੇ, ਆਪਣੀ ਲਗਨ ਵਿੱਚ ਘਾਟ ਕਾਰਨ ਵਿਗੜੀ ਹੋਈ ਪਰਿਸਥਿਤੀ, ਆਈ ਹੋਈ ਅਸਫਲਤਾ, ਇਹਦੇ ਬਾਰੇ ਜਦੋਂ ਵੀ ਮਨੁੱਖ ਗੱਲ ਕਰਦਾ ਹੈ, ਬੋਲਦਾ ਹੈ, ਤੇ ਕਿਸੇ ਦੂਸਰੇ ਨੂੰ ਆਪਣੀ ਅਸਫਲਤਾ ਦਾ ਕਾਰਨ ਮੰਨਦਾ ਹੈ, ਕਾਰਨ ਦੱਸਦਾ ਹੈ। ਧਰਮ ਦੀ ਦੁਨੀਆ ਦੇ ਵਿੱਚ ਵੀ ਸਤਿਗੁਰੂ ਜੀ ਨੇ ਜੀਵਾਂ ਦਾ, ਖਾਸ ਤੌਰ 'ਤੇ ਮਨੁੱਖਾਂ ਦਾ ਇਹੀ ਸੁਭਾਵ ਵੇਖਿਆ ਹੈ। ਰੱਬ ਦੇ ਰਸਤੇ ਦੇ ਉੱਤੇ ਤੁਰਨ ਵਾਲਿਆਂ ਦੇ ਲਈ ਇੱਕੋ ਇੱਕ ਬਸ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਤੂੰ ਸਿਮਰਨ ਕਰ, ਨਾਮ ਜਪ ਕਰ। ਤੂੰ ਰੱਬ ਦੀ ਸਿਫਤ ਸਲਾਹ ਗਾ, ਗੁਰੂ ਦੀ ਬਾਣੀ ਨਾਲ ਜੁੜ। ਕਿਉਂਕਿ ਸਿਫਤ ਸਲਾਹ ਤੈਨੂੰ ਰੱਬ ਤੱਕ ਪਹੁੰਚਾ ਦੇਵੇਗੀ ਤੇ ਬਾਣੀ ਤੈਨੂੰ ਉਸ ਰਸਤੇ ਦੇ ਉੱਤੇ ਡੋਲਣ ਤੋਂ ਵੀ ਬਚਾਵੇਗੀ ਤੇ ਅੱਗੇ ਵਧਣ ਦੀ ਪ੍ਰੇਰਨਾ ਵੀ ਦੇਵੇਗੀ। ਔਰ ਤੇਰੀ ਹਰ ਸਮੱਸਿਆ ਦਾ ਨਿਵਾਰਣ ਵੀ ਇਸ ਬਾਣੀ ਨੇ ਹੀ ਕਰਨਾ ਹੈ। ਆਤਮਿਕ ਰਸਤੇ ਦੀ ਕੋਈ ਐਸੀ ਵਿਚਾਰ ਨਹੀਂ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਨਾ ਆਈ ਹੋਵੇ। ਮਸਲਨ ਸਾਧਨਾ ਕਰਨ ਵਾਲੇ ਦੇ ਰਸਤੇ ਦੀਆਂ ਰੁਕਾਵਟਾਂ ਕੀ ਹਨ? ਸਤਿਗੁਰੂ ਨੇ ਵਰਣਨ ਕੀਤਾ ਹੈ, ਪੰਜ ਬਿਖਾਦੀ ਏਕ ਗਰੀਬਾ। ਬਿਖਾਦੀ ਕਹਿੰਦੇ ਹਨ ਝਗੜਾਲੂਆਂ ਨੂੰ, ਬਿਖਾਦ ਪੈਦਾ ਕਰਨ ਵਾਲੇ, ਝਗੜਾ ਕਲਾ ਕਲੇਸ਼ ਪਾਉਣ ਵਾਲੇ ਬਿਖਾਦੀ। ਔਰ ਇੱਕ ਨਹੀਂ ਹੈ, ਪੰਜ ਹਨ। ਫਿਰ ਪੰਜ ਵੀ ਨਹੀਂ ਹਨ, ਇਹਨਾਂ ਦਾ ਬੜਾ ਵੱਡਾ ਅੱਗੇ ਟੱਬਰ ਹੈ, ਪਰ ਸਾਹਮਣੇ ਪੰਜ ਦਿਸਦੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਰਦੇ ਕੀ ਹਨ? ਮਾਰੇ ਲੁੱਟੇ, ਮਾਰਦੇ ਹਨ, ਲੁੱਟਦੇ ਹਨ। ਕਦੋਂ? ਨੀਤ ਨੀਤ, ਰੋਜ਼ ਰੋਜ਼। ਇਹ ਮਾਰ ਰਹੇ ਹਨ, ਲੁੱਟ ਰਹੇ ਹਨ। ਕਿਹਦੇ ਅੱਗੇ ਪੁਕਾਰ ਕੀਤੀ ਜਾਏ? ਕਿਸ ਆਗੇ ਕਰੀ ਪੁਕਾਰ, ਇਹ ਸ਼ਬਦ ਵਰਤੇ ਹਨ। ਹੁਣ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹਨ, ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬਿਖਮ ਘਨਾ। ਪੁਕਾਰ ਵੀ ਕਰਨੀ ਹੈ ਤੇ ਇਸ ਪਰਿਸਥਿਤੀ, ਇਹਨਾਂ ਬੰਧਨਾਂ 'ਚੋਂ ਨਿਕਲਣਾ ਵੀ ਹੈ। ਇਹਦੇ ਲਈ ਤਰੀਕਾ ਇੱਕੋ ਹੀ ਹੈ, ਸ਼੍ਰੀ ਰਾਮ ਨਾਮਾ ਉਚਰ ਮਨਾ। ਉਸ ਰਮੇ ਹੋਏ ਕਰਤਾ ਪੁਰਖ ਰੱਬ ਦਾ ਨਾਮ ਉਚਾਰਨ ਕਰਨਾ ਸ਼ੁਰੂ ਕਰ ਦੇ। ਉਹਦੀ ਸਿਫਤ ਸਲਾਹ ਗਾ, ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਆਖਦੇ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਇਹ ਸੁਭਾਵ ਬਣਾ। ਔਰ ਸਤਿਗੁਰੂ ਨੇ ਇੱਕ ਜੁਗਤੀ ਹੋਰ ਸਮਝਾਈ ਹੈ,
ਕਿ ਕਿਸੇ ਵੀ ਮਸਲੇ ਨੂੰ ਲੈ ਕੇ, ਮਸਲਾ ਸ਼ਬਦ ਮੈਂ ਵਰਤ ਰਿਹਾ ਹਾਂ ਕਿਉਂਕਿ ਮਸਲੇ ਹੀ ਹਨ ਸਾਡੀ ਜ਼ਿੰਦਗੀ ਵਿੱਚ। ਬਾਬਾ ਫਰੀਦ ਜੀ ਇਹਨਾਂ ਨੂੰ ਮਾਮਲੇ ਆਖ ਦਿੰਦੇ ਹਨ। ਮਾਮਲੇ ਫਿਰ ਇਹਨਾਂ ਵਾਸਤੇ ਹੀ ਬਾਬਾ ਫਰੀਦ ਜੀ ਕਹਿੰਦੇ ਜੀਵ ਨੇ ਆਪਣੇ ਸਿਰ ਤੇ ਪੋਟਲੀ ਚੁੱਕੀ ਹੋਈ ਹੈ, ਪੰਡ ਚੁੱਕੀ ਹੋਈ ਹੈ, ਔਰ ਪੰਡ ਵਿੱਚ ਹਨ ਵਿਸ ਗੰਧਲਾਂ। ਉਹੀ ਵੱਧਦੀਆਂ ਘਟਦੀਆਂ ਹਨ ਤੇ ਮਨੁੱਖੀ ਸੁਭਾਵ ਦੇ ਵਿੱਚ ਚੇਂਜਸ ਆਉਂਦੇ ਹਨ। ਵਿਸ ਗੰਧਲਾਂ ਵੱਧ ਜਾਣ, ਬੰਦਾ ਕਹਿੰਦਾ ਹੈ ਮੈਂ ਖੁਸ਼ ਹੋ ਗਿਆ। ਘਟ ਜਾਣ, ਬੰਦਾ ਕਹਿੰਦਾ ਹੈ ਮੇਰਾ ਨੁਕਸਾਨ ਹੋ ਗਿਆ, ਮੈਂ ਦੁਖੀ ਹਾਂ ਬੜਾ। ਪਰ ਦੋਨਾਂ ਹਾਲਤਾਂ ਦੇ ਵਿੱਚ ਕਾਰਨ ਜ਼ਰੂਰ ਲੱਭਦਾ ਹੈ। ਘਟਣ ਦਾ ਦੋਸ਼ ਲੋਕਾਂ ਦੇ ਮੱਥੇ ਤੇ ਮੜਦਾ ਹੈ ਤੇ ਵੱਢਣ ਦੀ ਵਡਿਆਈ ਦਾ ਸਿਹਰਾ ਆਪਣੇ ਸਿਰ ਸਜਾਉਂਦਾ ਹੈ। ਔਰ ਇਸ ਤਰੀਕੇ ਦਾ ਦੁਬਿਧਾ ਵਾਲਾ ਜਿਹੜਾ ਜੀਵਨ ਚੱਲ ਰਿਹਾ ਹੈ, ਇਸ ਜੀਵਨ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਆਦਿ ਗੁਰੂ, ਆਖੋ ਧੰਨ ਗੁਰੂ ਨਾਨਕ, ਇੱਕ ਵਾਰ ਆਖੋ ਧੰਨ ਗੁਰੂ ਨਾਨਕ, ਸਤਿਗੁਰੂ ਜੀ ਸਾਡੇ ਜੀਵਨ ਦੀ ਦਸ਼ਾ ਦਾ ਵਰਣਨ ਕਰ ਰਹੇ ਹਨ। ਸ਼ੁਰੂਆਤ ਕੀਤੀ ਹੈ ਜੀਓ ਤਪਤ ਹੈ ਬਾਰੋ ਬਾਰ। ਇਹ ਦਿਲ ਦੁਖਦਾ ਹੈ, ਮਨ ਦੁਖੀ ਹੁੰਦਾ ਹੈ। ਪਹਿਲੇ ਇਹਦੇ ਅਰਥ ਜਿੰਦ ਵਾਲੇ ਕਰਦਾ ਸਾਂ, ਅੱਜ ਥੋੜ੍ਹਾ ਜਿਹਾ ਪਿੱਛੇ ਜਾਵਾਂਗਾ ਕਿਉਂਕਿ ਲੰਬੇ ਅਨੁਭਵ ਵਿੱਚੋਂ ਇੱਕ ਗੱਲ ਸਮਝ ਆਈ। ਜਿੰਦ ਵਾਲੇ ਅਰਥ ਸੰਗਤ ਨੂੰ ਬਹੁਤੇ ਸਟੀਕਤਾ ਨਾਲ ਨਾ ਅਬਜ਼ੋਰਬ ਨਹੀਂ ਹੁੰਦੇ ਕਿਉਂਕਿ ਜਿੰਦ ਔਰ ਆਤਮਾ ਦੇ ਤਲ 'ਤੇ ਹਲੇ ਅਸੀਂ ਸ਼ਾਇਦ ਨਾ ਪਹੁੰਚੇ ਹੋਈਏ। ਇਸ ਲਈ ਅੱਜ ਜੀਓ ਦੇ ਜਿਹੜੇ ਅਰਥ ਹਨ ਉਹ ਮਨ ਕੀਤਾ ਜਾ ਰਿਹਾ ਹੈ, ਦਿਲ ਕੀਤਾ ਜਾ ਰਿਹਾ ਹੈ ਕਿ ਦਿਲ ਦੁਖੀ ਹੁੰਦਾ ਹੈ। ਇਹ ਤਾਂ ਸਾਰਿਆਂ ਨੂੰ ਸਮਝ ਆ ਜਾਣਗੇ ਕਿਉਂਕਿ ਸਾਡਾ ਦਿਲ ਦੁੱਖ ਨੂੰ ਵੀ ਮਹਿਸੂਸ ਕਰਦਾ ਹੈ ਤੇ ਸੁੱਖ ਨੂੰ ਵੀ ਮਹਿਸੂਸ ਕਰਦਾ ਹੈ। ਸਾਡੇ ਮਨ ਨੂੰ ਸੁੱਖ ਦੁੱਖ ਦੋਨਾਂ ਦਾ ਪਤਾ ਹੈ। ਇਹ ਵੱਖਰੀ ਗੱਲ ਹੈ ਕਿ ਕਾਰਨ ਸਾਰਿਆਂ ਦੇ ਵੱਖ-ਵੱਖ ਹਨ, ਅਲੱਗ-ਅਲੱਗ ਕਾਰਨ ਹਨ, ਪਰ ਮਹਿਸੂਸ ਕਰਨਾ, ਫੀਲ ਕਰਨਾ, ਤਕਰੀਬਨ ਦੁੱਖ ਸੁੱਖ ਦੀ ਅਨੁਭੂਤੀ ਸਾਰਿਆਂ ਦੀ ਇੱਕੋ ਜਿਹੀ ਹੈ। ਦੁੱਖ ਵਿੱਚ ਸਾਰੇ ਸਿਰ ਸੁੱਟ ਕੇ ਮਾਯੂਸ ਬਹਿ ਜਾਣਗੇ ਤੇ ਸੁੱਖ ਵਿੱਚ ਸਿਰ ਚੁੱਕ ਕੇ ਤੇ ਫਿਰ ਉਹ ਦੂਸਰਾ ਰੂਪ ਵੀ ਦਿਖਾਉਂਦੇ ਹਨ ਦੁਨੀਆ ਨੂੰ। ਗੁਰੂ ਨਾਨਕ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਇਹ ਜੋ ਮਨ ਹੈ ਦੁਖੀ ਹੁੰਦਾ ਹੈ। ਔਰ ਜੀਓ ਦੇ ਇਹਦੇ ਅਰਥ ਕਰਨ ਦਾ ਪਿੱਛੇ ਮੈਂ ਕਾਰਨ ਬਾਣੀ ਵਿੱਚੋਂ ਹੀ ਆਖ ਦੇਵਾਂ ਕਿ ਕੋਈ ਇੱਥੇ ਨਵੇਂ ਅਰਥ ਨਹੀਂ ਕਰ ਰਿਹਾ ਆਪਣੀ ਮਰਜ਼ੀ ਨਾਲ। ਇਹ ਸ਼ਬਦ ਹੋਰ ਪੰਕਤੀਆਂ ਵਿੱਚ ਜੀਓ ਮਨ ਔਰ ਦਿਲ ਦੇ ਅਰਥਾਂ ਵਿੱਚ ਆਇਆ ਹੈ। ਹਮਰਾ ਖੁਸ਼ੀ ਕਰੇ ਨਿਤ ਜੀਓ, ਜਾਂ ਝੂਠ ਲਹੈ ਜੀਓ ਮਾਂਝੀਐ ਮੋਖ ਪਿਆਣਾ ਹੋਏ, ਪੜ੍ਹਦੇ ਹਾਂ। ਉੱਥੇ ਇਹ ਅਰਥ ਕੀਤੇ ਜਾਣਗੇ ਕਿ ਮਨ ਮਾਂਝਿਆ ਜਾਏਗਾ, ਦਿਲ ਸਾਫ਼ ਹੋ ਜਾਏਗਾ, ਮਨ ਦੀ ਜੂਠਨ ਉਤਰ ਜਾਏਗੀ ਜੇ ਸਿਮਰਨ ਕਰੋਗੇ। ਦਿਲ ਖੁਸ਼ ਹੋਏਗਾ, ਮਨ ਖੁਸ਼ ਹੋਏਗਾ। ਹਮਰਾ ਖੁਸ਼ੀ ਕਰੇ ਨਿਤ ਜੀਓ। ਤੋ ਜਿਹੜਾ ਇਹ ਮਨ ਹੈ, ਦਿਲ ਹੈ, ਇਹ ਤਪ ਰਿਹਾ ਹੈ। ਤਪ ਦਾ ਅਰਥ ਕੀ ਹੈ? ਤਪਤ ਮੀਨਸ ਦੁਖੀ ਹੋ ਰਿਹਾ ਹੈ। ਔਰ ਐਸਾ ਵੀ ਨਹੀਂ ਬਈ ਕੱਲ੍ਹ ਦੁਖੀ ਹੋਇਆ ਸੀ ਹੁਣ ਸਾਰਾ ਦੁੱਖ ਚਲਾ ਗਿਆ, ਅੱਗੇ ਨਹੀਂ ਆਏਗਾ। ਸਤਿਗੁਰੂ ਕਹਿੰਦੇ ਰਿਪੀਟਿਡਲੀ, ਬਾਰੋ ਬਾਰ। ਇਹਦਾ ਮਤਲਬ ਸਮਝ ਲੈਣਾ ਕਿ ਸਾਡੇ ਅੰਦਰ ਫੁਰਨਿਆਂ ਦੀ ਗਤੀ ਕਿਤਨੀ ਕੁ ਤੇਜ਼ ਹੈ ਕਿ ਇੱਕ ਦੁੱਖ ਨੂੰ ਹਲੇ ਅਸੀਂ ਪੂਰਾ ਨਹੀਂ ਮਤਲਬ ਮਹਿਸੂਸ ਕਰਦੇ, ਦੂਸਰੇ ਕਈ ਦੁੱਖ ਹੋਰ ਸਾਨੂੰ ਆ ਕੇ ਦੁਖੀ ਕਰ ਦਿੰਦੇ ਹਨ। ਸੋਚਣਾ ਗੰਭੀਰਤਾ ਨਾਲ। ਫਿਰ ਦੁਖੀ ਹੋ ਕੇ ਉਹਨਾਂ ਦੁੱਖਾਂ ਦੇ ਵਿੱਚ, ਉਹਨਾਂ ਦੁੱਖਾਂ ਵਿੱਚ ਰਹਿ ਕੇ ਉਹਨਾਂ ਦੁੱਖਾਂ ਦੀ ਨਿਵਰਤੀ ਦੇ ਲਈ
ਪ੍ਰਭੂ ਨਾਮ ਜਪ ਨੂੰ ਸਹਾਰਾ ਨਹੀਂ ਬਣਾਉਂਦਾ, ਸਗੋਂ ਵਿਕਾਰਾਂ ਨੂੰ ਹੀ ਸਹਾਰਾ ਬਣਾਉਂਦਾ ਹੈ। ਜਿਹੜੇ ਪੰਜੇ ਵਿਕਾਰ ਇਹਨੂੰ ਦੁਖੀ ਕਰ ਰਹੇ ਹਨ, ਉਹਨਾਂ ਪੰਜੇ ਹੀ ਵਿਕਾਰਾਂ ਨੂੰ ਫਿਰ ਵਰਤਦਾ ਹੈ ਕਿ ਸ਼ਾਇਦ ਇਸ ਵਾਰ ਵਰਤਣ ਕਰਕੇ ਇਹਨਾਂ ਕਾਰਨ ਬਣਿਆ ਹੋਇਆ ਦੁੱਖ ਦੂਰ ਹੋ ਜਾਏ। ਇਹਨੂੰ ਕਹਿੰਦੇ ਤਪ ਤਪ ਖੱਪੈ ਬਹੁਤ ਬੇਕਾਰ। ਤਪ ਤਪ ਪਪਿਆਂ ਨੂੰ ਸਿਆਰੀ ਹੈ, ਤਪ ਤਪ ਕੇ ਦੁਖੀ ਹੋ ਕੇ ਫਿਰ ਹੋਰ ਵਿਕਾਰਾਂ ਵਿੱਚ ਇਹ ਮਨ ਫਿਰ ਹੋਰ ਖੁੱਭ ਜਾਂਦਾ ਹੈ, ਹੋਰ ਖੱਚਤ ਹੁੰਦਾ ਹੈ, ਹੋਰ ਖੁਆਰ ਹੁੰਦਾ ਹੈ। ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਮਨ ਦੇ ਕੋਲ ਉਹ ਸੋਝੀ ਨਹੀਂ, ਜਿਹਨੂੰ ਗਿਆਨ ਕਹਿੰਦੇ ਹਾਂ। ਗਿਆਨ ਦਾ ਅਰਥ ਵਿਦਿਆ ਜਾਂ ਪੜ੍ਹਾਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗਿਆਨ ਦਾ ਅਰਥ ਹੈ ਸੋਝੀ, ਸਮਝ। ਉਹ ਸਮਝ ਨਹੀਂ ਹੈ ਇਹਦੇ ਕੋਲ। ਸਤਿਗੁਰੂ ਦਾ ਕਾਰਨ ਦੱਸਦੇ ਹਨ ਸਮਝ ਕਿਉਂ ਨਹੀਂ ਹੈ, ਕਿਉਂਕਿ ਇਹਦੇ ਕੋਲ ਬਾਣੀ ਨਹੀਂ ਹੈ। ਇਹ ਗੁਰਬਾਣੀ ਨੂੰ ਭੁਲਾਈ ਬੈਠਾ ਹੈ। ਇਹਦੇ ਕੋਲ ਨਹੀਂ ਹੈ ਇਨ ਦਾ ਸੈਂਸ ਇਹ ਨਹੀਂ ਬਈ ਇਹਨੂੰ ਬਾਣੀ ਪੜ੍ਹਨ ਵਾਸਤੇ ਵਿਚਾਰਨ ਵਾਸਤੇ ਮਿਲੀ ਨਹੀਂ ਹੋਈ। ਬਾਣੀ ਦਾ ਭੰਡਾਰ ਤੇ ਇਹਦੇ ਸਾਹਮਣੇ ਹੈ, ਪਰ ਇਹ ਉਸ ਬਾਣੀ ਨੂੰ ਗਾਉਂਦਾ ਨਹੀਂ, ਉਸ ਬਾਣੀ ਨੂੰ ਵਿਚਾਰਦਾ ਨਹੀਂ, ਉਸ ਬਾਣੀ ਨੂੰ ਮੰਨਦਾ ਨਹੀਂ। ਮੈਂ ਇੱਕ ਬੇਨਤੀ ਹੋਰ ਕਰ ਦੇਵਾਂਗਾ ਜੀ, ਇਹ ਜਿਹੜੀ ਸਾਰਿਆਂ ਨੂੰ ਸਮਝ ਆਏਗੀ। ਬਾਣੀ ਪੜ੍ਹਨ ਵਾਲਾ ਵੀ ਦੁਖੀ ਹੈ, ਬਾਣੀ ਗਾਉਣ ਵਾਲਾ ਵੀ ਦੁਖੀ ਹੈ। ਲੋਕ ਪੁੱਛਦੇ ਲੈਂਦੇ ਹਨ ਸਵਾਲ, ਬਈ ਇੰਨੀ ਬਾਣੀ ਪੜ੍ਹਦੇ ਹਾਂ ਫਿਰ ਵੀ ਦੁਖੀ ਹਾਂ, ਇੰਨੀ ਬਾਣੀ ਗਾਉਂਦੇ ਹਾਂ ਫਿਰ ਵੀ ਦੁਖੀ ਹਾਂ। ਕਾਰਨ ਕਿ ਪੜ੍ਹਨ ਔਰ ਗਾਉਣ ਤੋਂ ਬਾਅਦ ਮੰਨਿਆ ਨਹੀਂ ਉਸ ਬਾਣੀ ਨੂੰ। ਮੰਨਣ ਵਾਲਾ ਦੁਖੀ ਨਹੀਂ ਹੋਏਗਾ, ਯਾਦ ਰੱਖਣਾ। ਮੰਨਣ ਵਾਲਾ ਦੁਖੀ ਨਹੀਂ ਹੋਏਗਾ, ਵਿਚਾਰਨ ਵਾਲਾ ਵੀ ਦੁਖੀ ਹੋਏਗਾ। ਵਿਚਾਰਨ ਤੋਂ ਪਹਿਲੇ ਗਾਉਣ ਵਾਲਾ ਵੀ ਦੁਖੀ ਹੋਏਗਾ, ਗਾਉਣ ਤੋਂ ਪਹਿਲੇ ਪੜ੍ਹਨ ਵਾਲਾ ਵੀ ਦੁਖੀ ਹੋਏਗਾ। ਤੇ ਖਿਮਾ ਕਰ ਦੇਣਾ, ਪੜ੍ਹਨ ਤੋਂ ਪਹਿਲੇ ਜਿਹੜਾ ਸਿਰਫ ਮੱਥਾ ਟੇਕ ਰਿਹਾ ਹੈ ਉਹ ਵੀ ਦੁਖੀ ਹੋਏਗਾ। ਦੁਖੀ ਉਹਦੇ ਉੱਤੇ ਸੁੱਖ ਦੁੱਖ ਦਾ ਅਹਿਸਾਸ ਪ੍ਰਭਾਵ ਪਿਆ ਹੋਏਗਾ। ਸਤਿਗੁਰੂ ਕਹਿੰਦੇ ਮੰਨਣਾ ਸ਼ੁਰੂ ਕਰ। ਮੰਨ ਲਵੇਂਗਾ ਤੇ ਪਰਿਵਰਤਨ ਆਏਗਾ। ਇੱਥੇ ਵਿਸਰ ਜਾਏ ਦਾ ਅਰਥ ਇਹ ਨਹੀਂ ਕਿ ਇਹਨੂੰ ਬਾਣੀ ਕੰਠ ਨਹੀਂ ਹੋਈ, ਇਹ ਬਾਣੀ ਪੜ੍ਹਦਾ ਕੋਈ ਨਹੀਂ, ਗਾਉਂਦਾ ਕੋਈ ਨਹੀਂ, ਵਿਚਾਰਦਾ ਕੋਈ ਨਹੀਂ। ਸਤਿਗੁਰੂ ਕਹਿੰਦੇ ਸਭ ਕਰ ਰਿਹਾ ਹੈ, ਪਰ ਜਿਸ ਵੇਲੇ ਇਸ ਬਾਣੀ ਦੀ ਵਰਤੋਂ ਕਰਨੀ ਸੀ ਉਸ ਵੇਲੇ ਇਹਨੂੰ ਭੁੱਲ ਗਿਆ। ਕਿਵੇਂ ਭੁੱਲਿਆ? ਵਿਕਾਰ ਸਾਡੀ ਮੱਤ ਮਾਰਦੇ ਹਨ। ਤੁਸੀਂ ਵੇਖਣਾ, ਬੰਦੇ ਨੂੰ ਬਾਣੀ ਦੀ ਬਹੁਤ ਚੰਗੀ ਸੋਝੀ ਹੋਵੇ, ਪਰ ਕ੍ਰੋਧ ਸਿਰ 'ਤੇ ਸਵਾਰ ਹੋ ਗਿਆ, ਸਭ ਕੁਝ ਭੁੱਲ ਜਾਏਗਾ। ਇਹਨੂੰ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ। ਤੇ ਮੈਂ 3-4 ਦਿਨ ਪਹਿਲੇ ਵੀ ਇੱਕ ਬੇਨਤੀ ਕੀਤੀ ਸੀ, ਕ੍ਰੋਧ ਜਦ ਅਸਵਾਰੀ ਕਰ ਗਿਆ ਸਾਡੇ ਸਰੀਰ ਦੀ, ਸਾਡੇ ਮਨ ਦੀ ਅਸਵਾਰੀ ਕਰਨੀ ਤੇ ਆਉਂਦਾ ਹੈ, ਤੇ ਜਦੋਂ ਉਤਰਦਾ ਹੈ, ਜਾਂਦਾ ਹੈ, ਸਾਨੂੰ ਕੰਜ਼ਿਊਮ ਕਰਕੇ, ਸਾਨੂੰ ਭੋਗ ਕੇ ਭੋਗ ਰਿਹਾ ਹੈ ਕ੍ਰੋਧ ਸਾਨੂੰ। ਤੇ ਉਸ ਘਟਨਾ ਤੋਂ ਬਾਅਦ ਮਨੁੱਖ ਦਾ ਸਰੀਰ ਜਿਹੜਾ ਹੈ ਉਹ ਕੰਬਦਾ ਹੈ। ਦੇਖਣਾ ਤੁਸੀਂ, ਇਹਦੀ ਹਿਰਦੇ ਦੀ ਗਤੀ ਬਹੁਤ ਤੇਜ਼ ਹੋ ਜਾਏਗੀ, ਬੋਲਾਂ ਵਿੱਚ ਫਰਕ ਆ ਜਾਏਗਾ, ਔਰ ਬਹੁਤ ਵੱਡੇ ਦੁੱਖ ਦੀ ਅਨੁਭੂਤੀ ਇਹਨੂੰ ਹੋਵੇਗੀ, ਪਛਤਾਵੇ ਦੀ ਅਨੁਭੂਤੀ ਹੋਵੇਗੀ। ਸਤਿਗੁਰੂ ਕਹਿੰਦੇ ਇਹ ਹਾਲਤ ਇੰਝ ਹੈ ਜਿਵੇਂ ਕਿਸੇ ਮਨੁੱਖ ਦੇ ਸਰੀਰ ਦੇ ਉੱਤੇ ਜਦੋਂ ਕੁਸ਼ਟ ਦਾ ਰੋਗ ਆ ਜਾਵੇ, ਤੇ ਉਹ ਰੋਗ ਜਿਵੇਂ ਉਹਨੂੰ ਪ੍ਰਭਾਵਿਤ ਕਰਦਾ ਹੈ, ਉਹ ਪੱਕਾ ਰੋਗੀ, ਕੁਸ਼ਟ ਦਾ ਰੋਗੀ ਕੋੜੀ ਜਿਵੇਂ ਵਿਰਲਾਪ ਕਰਦਾ ਹੈ, ਹਾਏ ਹਾਏ ਕਰਦਾ ਹੈ। ਖਿਮਾ ਕਰ ਦੇਣਾ, ਇੱਕ ਬੋਲ ਆਖਣ ਲੱਗਾ ਹਾਂ, ਪਰ ਹਕੀਕਤ ਹੈ ਸਤਿਗੁਰੂ ਦੀ ਬਾਣੀ 'ਚੋਂ ਜਿਵੇਂ ਗੱਲ ਸਮਝ ਆ ਰਹੀ ਹੈ,
ਕੁਸ਼ਟ ਦੇ ਰੋਗੀ ਦਾ ਰੋਗ ਉਹਦੇ ਤਨ ਤੋਂ ਪਤਾ ਲੱਗ ਜਾਂਦਾ ਹੈ, ਪਰ ਵਿਕਾਰੀ ਦੇ ਵਿਕਾਰ ਇਹ ਕੱਪੜਿਆਂ ਥੱਲੇ ਢਕੇ ਜਾਂਦੇ ਹਨ। ਮਤ ਸਮਝ ਲੈਣਾ ਕਿ ਇਹਨਾਂ ਕੱਪੜਿਆਂ, ਇਹਨਾਂ ਵਸਤਰਾਂ ਦੇ ਥੱਲੇ ਜਿਹੜਾ ਤਨ ਹੈ ਔਰ ਅੰਦਰ ਜਿਹੜਾ ਮਨ ਹੈ, ਉਹਦਾ ਰੂਪ ਵੀ ਐਸਾ ਹੀ ਹੈ ਜੋ ਮੇਰਾ ਬਾਹਰਲਾ ਰੂਪ ਦਿਸ ਰਿਹਾ ਹੈ। ਇਹਨੂੰ ਦੁਬਿਧਾ ਕਿਹਾ ਗਿਆ ਹੈ, ਦੁਚਿੱਤਾਪਨ ਕਿਹਾ ਗਿਆ ਹੈ, ਦੁਫਾੜ ਹਾਲਤ ਕਿਹਾ ਗਿਆ ਹੈ, ਬਹਿਰੂਪ ਕਿਹਾ ਗਿਆ ਹੈ ਇਹਨੂੰ। ਔਰ ਜਦ ਤੱਕ ਅੰਦਰ ਔਰ ਬਾਹਰ ਇੱਕ ਨਹੀਂ ਹੋਵੇਗਾ, ਸਤਿਗੁਰੂ ਕਹਿੰਦੇ ਉਦੋਂ ਤੱਕ ਸੁੱਖ ਦੀ ਅਨੁਭੂਤੀ ਨਹੀਂ ਹੋਣ ਵਾਲੀ ਤੈਨੂੰ। ਸੁੱਖ ਦੀ ਗੱਲ ਤੂੰ ਜ਼ਰੂਰ ਕਰੇਂਗਾ, ਪ੍ਰਾਪਤੀ ਦੇ ਖੁਆਬ ਵੀ ਵੇਖੇਂਗਾ, ਸੁਪਨੇ ਲਏਂਗਾ ਵੀ ਇਹ ਸੁੱਖ ਮੈਨੂੰ ਮਿਲ ਜਾਏ। ਅਵਲ ਤੇ ਉਹ ਸਾਰੀ ਵਿਚਾਰ ਪਦਾਰਥ ਤੱਕ ਕੇਂਦਰਿਤ ਹੋਵੇਗੀ, ਉੱਥੇ ਤੱਕ ਸੀਮਿਤ, ਮੈਂ ਇਸ ਪਦਾਰਥ ਚੋਂ ਮਿਲ ਜਾਏ। ਪਰ ਅੰਦਰ ਦਾ ਜਿਹੜਾ ਸੁੱਖ ਹੈ, ਉਹ ਸੁੱਖ ਸਿਮਰਨ ਤੋਂ ਬਿਨਾਂ ਨਹੀਂ ਆ ਸਕਦਾ, ਸ਼ਰਨ ਤੋਂ ਬਿਨਾਂ ਨਹੀਂ ਆ ਸਕਦਾ। ਜੋ ਸੁਖ ਕੋ ਚਾਹੇ ਸਦਾ, ਬੋਲੋ ਜੋ ਸੁਖ ਕੋ ਚਾਹੇ ਸਦਾ, ਕੀ ਕਰੀਏ? ਸ਼ਰਨ ਰਾਮ ਕੀ ਲਹੇ। ਫਿਰ ਨਾਲ ਇੱਕ ਚੇਤਾਵਨੀ ਵੀ ਦਿੱਤੀ, ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਇੱਕ ਤੇ ਉਂਝ ਸਰੀਰ ਦੁਰਲਭ ਹੈ, ਦੂਸਰਾ ਇਹਨੂੰ ਵਿਕਾਰਾਂ ਵਿੱਚ ਖਪਾ ਕੇ ਇਹਦਾ ਨਾਸ ਅਸੀਂ ਆਪ ਕਰਦੇ ਹਾਂ, ਯਾਦ ਰੱਖਿਓ। ਫਿਰ ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁਖ ਇਕੱਠਵਾਚਕ ਹੈ, ਨਾਸਕੀ ਕਰੋ ਨਾ ਕਰੋ ਆਪ ਦੀ ਮਰਜ਼ੀ ਹੈ। ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁਖ ਹਰੀ ਦੇ ਗੁਣ ਗਾ ਕੇ ਹੀ ਮਹਿਸੂਸ ਹੋ ਸਕਦੇ ਹਨ। ਫਿਰ ਇੱਕ ਕਾਰਨ ਸੇਵਾ ਵੀ ਦੱਸਿਆ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ। ਬੋਲੋ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਐ। ਰਾਜ ਵਿੱਚੋਂ ਨਹੀਂ ਆ ਸਕਦਾ ਉਹ ਸੁੱਖ। ਤੇ ਦੁੱਖ ਬਣਿਆ ਕਿਉਂ? ਸਤਿਗੁਰੂ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ। ਵਿਸਰ ਦੇ ਅਰਥ ਤੁਹਾਨੂੰ ਸਮਝ ਆਏ ਹਨ। ਇਹਦਾ ਅਰਥ ਸਿਰਫ ਕਿ ਬਈ ਬਾਣੀ ਕੰਠ ਨਹੀਂ ਹੁੰਦੀ ਉੱਥੇ ਤੱਕ ਸੀਮਿਤ ਨਹੀਂ ਹੈ, ਜਾਂ ਬਾਣੀ ਪੜ੍ਹਦਾ ਨਹੀਂ, ਬਾਣੀ ਗਾਉਂਦਾ ਨਹੀਂ, ਬਾਣੀ ਵਿਚਾਰਦਾ ਨਹੀਂ। ਪੜ੍ਹਨ ਵਾਲਾ, ਗਾਣ ਵਾਲਾ, ਵਿਚਾਰਨ ਵਾਲਾ ਵੀ ਦੁਖੀ ਹੈ। ਸੁਖੀ ਕੌਣ ਹੈ? ਮੰਨੇ ਨਾਉ ਸੋਈ ਜਿਣ ਜਾਏ। ਰਾਮਕਲੀ ਕੀ ਵਾਰ। ਗੁਰੂ ਸਾਹਿਬ ਜੀ ਦਾ ਬੜਾ ਵੱਡਾ ਲੰਮਾ ਸ਼ਲੋਕ ਹੈ, ਗੁਰੂ ਨਾਨਕ ਸਾਹਿਬ ਦਾ। ਸਹੰਸਰ ਦਾਨ ਦੇ ਇੰਦਰ ਰੋਆਇਆ। ਇਹੀ ਤੇ ਹੈ, ਤਪ ਤਪ ਖੱਪੈ ਬਹੁਤ ਬੇਕਾਰ। ਰੋ ਰਹੇ ਹਨ ਸਾਰੇ। ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ ਅਜਸ ਰੋਵੈ। ਭੀਖਿਆ ਖਾਏ ਐਸੀ ਦਰਗਾਹ ਮਿਲੈ ਸਜ਼ਾਏ। ਸਾਰਾ ਵਿਸਥਾਰ ਕੀਤਾ। ਕਹਿੰਦੇ ਦੁਆਪਰ ਦੇ ਵਿੱਚ ਮੈਂ ਦੇਖਿਆ ਪਾਂਡਵ ਰੋਏ। ਰੋਵੇਂ ਪਾਂਡਵ ਭਏ ਮਜੂਰ। ਫਿਰ ਕਹਿੰਦੇ ਮੈਂ ਵੇਖਿਆ ਰਾਮ ਚੰਦਰ ਜੀ ਵੀ ਰੋਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਫਿਰ ਜਿਹੜਾ ਲੈ ਗਿਆ ਸੀ, ਸੀਤਾ ਲੈ ਗਿਆ ਦਹ ਸਿਰ, ਉਹ ਹੱਸਦਾ ਸੀ। ਕਹਿੰਦੇ ਨਹੀਂ, ਰੋਵੈ ਦਹ ਸਿਰ ਲੰਕ ਗਵਾਏ, ਜਿਨ ਸੀਤਾ ਆਦਿ ਡੌਰੂ ਵਾਏ। ਕਲਯੁਗ ਵਿੱਚ ਕਹਿੰਦੇ ਪੰਡਿਤ ਰੋਵੈ ਗਿਆਨ ਗਵਾਏ। ਕਿਰਪਨ ਰੋਵੈ ਕਿਰਪਨ ਸੰਚੈ, ਧਨ ਜਾਏ ਪੰਡਿਤ ਰੋਵੈ ਗਿਆਨ ਗਵਾਏ। ਸਾਰੇ ਰੋ ਰਹੇ ਹਨ। ਇਹਨੂੰ ਕਹਿੰਦੇ ਹਨ ਜੀਉ ਤਪਤ ਹੈ ਬਾਰੋ ਬਾਰ। ਰੋ ਰਹੇ ਹਨ, ਦੁਖੀ ਹੋ ਰਹੇ ਹਨ। ਕਾਰਨ ਕੀ ਸੀ? ਕਿ ਇਹਨਾਂ ਦੇ ਕੋਲ ਕਰਮ ਤੇ ਸਨ ਬਹੁਤ ਸਾਰੇ, ਪਰ ਉਪਦੇਸ਼ ਸੀ ਜਿਹੜਾ ਉਹ ਮੰਨਣ ਵਿੱਚ ਨਹੀਂ ਸੀ ਆਉਂਦਾ। ਅੰਤ ਵਿੱਚ ਸਤਿਗੁਰੂ ਜੀ ਨੇ ਨਿਰਣਾ ਕੱਢ ਦਿੱਤਾ ਕਿ ਨਾਨਕ ਦੁਖੀਆ ਸਭ ਸੰਸਾਰ। ਜਿਸ ਕੋਲ ਤੁਸੀਂ ਜਾ ਕੇ ਪੁੱਛੋਗੇ ਨਾ ਮਿੱਤਰਾ ਕੀ ਹਾਲ ਹੈ, ਸੁਖ ਹੈ ਕਿ ਦੁੱਖ ਹੈ,
ਅਜੋਕੇ ਸਮੇਂ ਵਿੱਚ ਤੇ ਇਹ ਗੱਲ ਲੋਕ ਆਖਦੇ ਹਨ, ਕਈ ਵਾਰ ਇਹ ਗੱਲ ਆਮ ਹੀ ਅਸੀਂ ਵੇਖਦੇ ਹਾਂ। ਬੰਦਾ ਕਹਿੰਦਾ ਮੈਂ ਤੇ ਗਲਤੀ ਕਰ ਲਈ ਹਾਲ ਪੁੱਛ ਕੇ ਇਹਦਾ, ਮੈਂ ਤੇ ਐਵੇਂ ਪੁੱਛਿਆ ਸੀ ਭਾਈ ਠੀਕ ਹੈ, ਇਹ ਫੜ ਕੇ ਬਹਿ ਗਿਆ, ਅੱਧਾ ਘੰਟਾ ਹੋ ਗਿਆ ਆਪਣੇ ਦੁੱਖ ਸੁਣਾਈ ਜਾ ਰਿਹਾ ਹੈ। ਇਤਨਾ ਦੁਖੀ ਹੈ ਹਰ ਬੰਦਾ। ਇਹਨੂੰ ਕਹਿੰਦੇ ਜੀਓ ਤਪਤ ਹੈ ਬਾਰੋ ਬਾਰ, ਵਾਰ ਵਾਰ ਜਿੰਦ ਤਪਦੀ ਪਈ ਹੈ, ਭਾਵ ਦਿਲ ਦੁਖੀ ਹੋ ਰਿਹਾ ਹੈ, ਮਨ ਦੁਖ ਰਿਹਾ ਹੈ, ਮਨ ਤਪ ਰਿਹਾ ਹੈ, ਖਪ ਰਿਹਾ ਹੈ। ਕਾਰਨ ਇੱਕ ਹੈ ਕਿ ਇਹਨੂੰ ਬਾਣੀ ਭੁੱਲ ਗਈ ਹੈ, ਭਾਵ ਇਹ ਬਾਣੀ ਨੂੰ ਮੰਨਦਾ ਨਹੀਂ ਪਿਆ। ਜਿਹੜਾ ਮੰਨੇਗਾ ਸਤਿਗੁਰੂ ਕਹਿੰਦੇ ਉਂਝ ਤੇ ਨਾਨਕ ਦੁਖੀਆ ਸਭ ਸੰਸਾਰ, ਪਰ ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲਿਖੈ ਪਾਏ। ਸਤਿਗੁਰੂ ਕਹਿੰਦੇ ਹੋਰ ਕੋਈ ਕਰਮ, ਕੋਈ ਉਦਮ ਕਿਸੇ ਲੇਖੇ ਨਹੀਂ, ਭਾਵ ਤੇਰੇ ਕੰਮ ਆਉਣ ਵਾਲਾ ਨਹੀਂ। ਇੱਕੋ ਇੱਕ ਕੰਮ ਹੈ, ਜੇ ਤੂੰ ਨਾਮ ਮੰਨਣ ਲੱਗ ਪਵੇਂ, ਔਰ ਨਾਮ ਮੰਨਣ ਦੀ ਸੋਝੀ ਗੁਰਬਾਣੀ 'ਚੋਂ ਆਏਗੀ। ਹੁਣ ਨਾਮ ਨੂੰ ਮੰਨਣਾ ਕੀ ਹੈ? ਤੂੰ ਰੱਬ ਦੀ ਇੱਕ ਤੇ ਹਸਤੀ ਨੂੰ ਮੰਨ, ਉਹਦਾ ਸਿਮਰਨ ਕਰ, ਜੋ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ। ਇੱਕ ਉਹਦੇ ਗੁਣਾਂ ਨੂੰ ਮੰਨ, ਉਹਦੇ ਗੁਣਾਂ ਨੂੰ ਕਮਾ, ਅਤੇ ਇੱਕ ਉਹਦੀ ਰਜ਼ਾ ਨੂੰ ਮੰਨ, ਉਹਦੇ ਹੁਕਮ ਵਿੱਚ ਤੁਰ। ਇਹਨੂੰ ਕਹਿੰਦੇ ਮੰਨੇ ਨਾਉ ਸੋਈ ਜਿਣ ਜਾਏ। ਇਸ ਤੋਂ ਇਲਾਵਾ ਅਵਰੀ ਕਰਮ ਜਿਤਨੇ ਵੀ ਹੋਰ ਕਰਮ ਹਨ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ, ਇਹ ਸ਼ਬਦ ਵਰਤੇ ਹਨ। ਉਹਨਾਂ ਨੇ ਜਾਣੀ ਨਹੀਂ ਤਿਲ ਜਿਤਨੀ ਕੀਮਤ ਵੀ, ਤਿੰਨ ਤਿਲ ਨਹੀਂ ਕੀਮਤ ਜਾਣੀ, ਪਤਾ ਹੀ ਨਹੀਂ ਲੱਗੀ ਉਹਨਾਂ ਨੂੰ। ਰੱਤੀ ਭਰ ਵੀ ਰੱਬ ਦੀ ਵਡਿਆਈ ਉਹਨਾਂ ਨੂੰ ਨਹੀਂ ਮਿਲ ਸਕੀ। ਤੋ ਇਹ ਗੱਤ ਹੈ ਬੰਦੇ ਦੀ ਹਾਲਤ, ਅਤੇ ਇਸ ਹਾਲਤ ਵਿੱਚ ਦੁਖੀ ਹੋ ਕੇ ਜਦੋਂ ਬੰਦੇ ਨੂੰ ਕੋਈ ਬੰਦਾ ਨਹੀਂ ਮਿਲਦਾ ਬਈ ਕਿਹਦੇ ਸਿਰ ਠੀਕਰਾ ਭੰਨਾ, ਫਿਰ ਆਖਰ ਵਿੱਚ ਮਿਲਦਾ ਹੈ ਰੱਬ, ਅਤੇ ਆਖਦਾ ਹੈ ਰੱਬਾ ਤੂੰ ਮੇਰੇ ਨਾਲ ਇਹ ਬੁਰਾ ਕਰ ਦਿੱਤਾ, ਮੇਰੇ ਨਾਲ ਚੰਗਾ ਨਹੀਂ ਕੀਤਾ। ਇਹਨੂੰ ਸਤਿਗੁਰੂ ਕਹਿੰਦੇ ਬਹੁਤਾ ਬੋਲਣ। ਆਖੋ ਬਹੁਤਾ ਬੋਲਣ। ਇੱਕ ਤੇ ਇਹਦਾ ਉਚਾਰਨ ਹੈ ਬਹੁਤਾ, ਇਹਨੂੰ ਬਹੁਤਾ ਨਹੀਂ ਪੜ੍ਹਨਾ, ਬਹੁਤਾ ਉਚਾਰਨ ਦਰੁਸਤ ਕਰਨਾ। ਬਹੁਤਾ ਬੋਲਣ ਝੱਖਣ ਹੋਏ। ਝੱਖਣ ਦੇ ਅਰਥ ਬੜੇ ਕਮਾਲ ਦੇ ਹਨ। ਆਮ ਬੰਦਾ ਕਹਿੰਦਾ ਨਾ ਕੀ ਬਕਵਾਸ ਕਰ ਰਿਹਾ ਹੈ, ਹੋਸ਼ ਵਿੱਚ ਹੈ, ਕੀ ਉਲ ਜਲੂਲ ਬੋਲ ਰਿਹਾ ਹੈ। ਵਿਅਰਥ ਬੋਲਣਾ, ਬਕਬਾਦ ਬੋਲਣਾ, ਬਕਵਾਸ ਬੋਲਣੀ। ਟੀਕਾਕਾਰਾਂ ਨੇ ਇਹਦੇ ਅਰਥ ਕੀਤੇ ਹਨ ਝੱਖਣ ਦੇ, ਵਿਅਰਥ ਬਕਵਾਸ। ਅਤੇ ਤੁਸੀਂ ਸਾਰੇ, ਸਾਨੂੰ ਪਤਾ ਹੈ ਬਕਵਾਸ ਸ਼ਬਦ ਅਸੀਂ ਆਪਣੇ ਮੂੰਹ 'ਚੋਂ ਕਦੋਂ ਕੱਢਦੇ ਹਾਂ? ਕਿਸੇ ਦੇ ਬੋਲਾਂ ਨੂੰ ਸੁਣ ਕੇ। ਨਾਲੇ ਜਦੋਂ ਬੋਲਦੇ ਹਾਂ ਸਾਡੇ ਅੰਦਰੋਂ ਕ੍ਰੋਧ ਬੋਲ ਰਿਹਾ ਹੁੰਦਾ ਹੈ ਵੀ ਕੀ ਬਕਵਾਸ ਕਰ ਰਿਹਾ ਹੈ। ਕ੍ਰੋਧ ਵਿੱਚ ਬੰਦਾ ਬੋਲਦਾ ਹੈ, ਖਿੱਚ ਕੇ ਬੋਲਦਾ ਹੈ। ਸਤਿਗੁਰੂ ਜੀ ਨੇ ਹਰ ਉਸ ਮਨੁੱਖ ਨੂੰ ਬਕਵਾਸ ਕਰਨ ਵਾਲਾ ਕਿਹਾ ਹੈ ਜਿਹੜਾ ਆਪਣੇ ਕੀਤੇ ਕਰਮਾਂ ਦਾ ਠੀਕਰਾ ਰੱਬ ਦੇ ਸਿਰ 'ਤੇ ਪੰਦਾ ਹੈ। ਆਪ ਤੇ ਸਿਮਰਨ ਦੇ ਕੋਲ ਨਹੀਂ ਹੈ, ਆਪ ਤੇ ਇਹ ਬਾਣੀ ਮੰਨਦਾ ਨਹੀਂ ਪਿਆ। ਹੁਣ ਤੁਸੀਂ ਦੇਖੋ ਸੜਕ ਦੇ ਉੱਤੇ ਚੱਲਣ ਦੇ ਕੁਝ ਨਿਯਮ ਹਨ, ਔਰ ਉਹ ਥਾਂ ਥਾਂ 'ਤੇ ਤੁਸੀਂ ਦੇਖਣਾ, ਸੜਕ 'ਤੇ ਹਾਈਵੇ 'ਤੇ ਚਲੇ ਜਾਓ ਜਾਂ ਆਮ ਸ਼ਹਿਰਾਂ ਦੀਆਂ ਸੜਕਾਂ 'ਤੇ ਚਲੇ ਜਾਓ, ਨਿਸ਼ਾਨ ਬਣੇ ਹੋਏ ਹਨ, ਸਾਇੰਸ ਬਣੇ ਹੋਏ ਹਨ, ਲਾਈਟਾਂ ਲੱਗੀਆਂ ਹੋਈਆਂ ਹਨ, ਪੱਟੀਆਂ ਹਨ ਸੜਕ ਦੇ ਉੱਤੇ, ਸਾਰੇ ਇੰਤਜ਼ਾਮ ਕੀਤੇ ਗਏ ਹਨ। ਉਹ ਕਿਉਂ ਹਨ? ਤਾਂ ਕਿ ਸੜਕ 'ਤੇ ਚੱਲਣ ਵਾਲੇ, ਭਾਵੇਂ ਉਹ ਪੈਦਲ ਹਨ ਭਾਵੇਂ ਗੱਡੀ ਵਿੱਚ ਹਨ, ਉਹ ਉਹਨਾਂ ਸੂਚਨਾਵਾਂ ਨੂੰ ਨਾ ਕੇਵਲ ਦੇਖਣ ਬਲਕਿ ਮੰਨਣ। ਇਸੇ ਤਰ੍ਹਾਂ ਧਰਮ ਦੀ ਦੁਨੀਆ ਵਿੱਚ ਅਧਿਆਤਮਿਕ ਮਾਰਗ ਦੇ ਉੱਤੇ ਸਾਰੀਆਂ ਸੂਚਨਾਵਾਂ, ਸਾਰਾ ਗਿਆਨ ਸਤਿਗੁਰੂ ਜੀ ਨੇ ਲਿਖ ਦਿੱਤਾ ਹੈ। ਗੁਰਬਾਣੀ ਕੀ ਹੈ? ਸਾਡੇ ਆਤਮਿਕ ਯਾਤਰਾ ਦੀ ਰਹਿਨੁਮਾਈ ਹੈ ਗੁਰਬਾਣੀ।
ਕਮਾਈ ਵਾਲੇ ਕਹਿੰਦੇ ਨੇ ਬਾਣੀ ਮਾਤ ਰੂਪ ਹੈ, ਮਾਂ ਰੂਪ ਹੈ, ਜੋ ਸਾਨੂੰ ਨਾ ਕੇਵਲ ਸਾਡੀ ਆਤਮਿਕ ਪਰਵਰਿਸ਼ ਕਰਦੀ ਹੈ ਬਲਕਿ ਸਾਨੂੰ ਸੰਭਾਲਦੀ ਵੀ ਹੈ, ਰੋਕਦੀ ਵੀ ਹੈ, ਟੋਕਦੀ ਵੀ ਹੈ ਅਤੇ ਅੱਗੇ ਵਧਣ ਵਾਸਤੇ ਪ੍ਰੇਰਨਾ ਵੀ ਦਿੰਦੀ ਹੈ। ਇਹ ਸਭ ਕੁਝ ਹੈ ਬਾਣੀ 'ਚ। ਸਤਿਗੁਰੂ ਨੇ ਰੋਕਿਆ ਵੀ ਹੈ ਸਾਨੂੰ ਕਈ ਥਾਵਾਂ 'ਤੇ ਬਾਣੀ ਵਿੱਚ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਰੋਕਿਆ ਨਹੀਂ ਕਿ ਰੋਕ ਟੋਕ ਸਭ ਹੈ ਬਾਣੀ ਵਿੱਚ। ਫਿਰ ਨਾਲ ਪ੍ਰੇਰਨਾ ਵੀ ਦਿੱਤੀ ਗਈ, ਪੁਕਾਰਿਆ ਵੀ ਗਿਆ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਹੁਣ ਉਹਨਾਂ ਸਾਰੀਆਂ ਸੂਚਨਾਵਾਂ ਨੂੰ ਬੰਦਾ ਇਗਨੋਰ ਕਰ ਦੇਵੇ। ਗੁਰੂ ਪੁਕਾਰੀ ਜਾ ਰਿਹਾ ਹੈ, ਰੋਜ਼ ਉਪਦੇਸ਼ ਆਈ ਜਾ ਰਿਹਾ ਹੈ। ਹਾਂ, ਸਰੋਤਾ ਜ਼ਰੂਰ ਹੈ। ਸਰੋਤਾ ਕਿੱਥੋਂ ਤੱਕ? ਕੰਨ ਤੱਕ ਬਸ, ਉਹ ਵੀ ਰਸ ਲੈਣ ਵਾਸਤੇ ਵੀ ਅੱਧਾ ਘੰਟਾ ਸੰਗਤ ਵਿੱਚ ਜਾਵਾਂਗੇ, ਕੁਝ ਸੁਣ ਕੇ ਆਵਾਂਗੇ। ਇੱਥੋਂ ਹੀ ਅੰਦਾਜ਼ਾ ਲਾ ਲੈਣਾ, ਇਹਨੂੰ ਆਲੋਚਨਾ ਨਾ ਸਮਝਣਾ ਜੀ। ਮੈਂ ਬੇਨਤੀ ਕਰਕੇ ਕਹਿ ਰਿਹਾ ਹਾਂ, ਆਪਣੇ ਸੁਭਾਅ ਨਾਲ ਇਸ ਗੱਲ ਨੂੰ ਅਸੀਂ ਸਾਰੇ ਮੇਰੇ ਸਮੇਤ ਵਿਚਾਰੀਏ। ਅਸੀਂ, ਮੇਰੇ ਵਰਗਾ ਹੀ ਤਾਂ ਕਹਿੰਦੇ ਕਥਾ ਕਰਨ ਚੱਲਿਆ ਹਾਂ, ਤੁਸੀਂ ਕਹਿੰਦੇ ਹੋ ਕਥਾ ਸੁਣਨ ਚੱਲੇ ਹਾਂ। ਦੋਨਾਂ 'ਚੋਂ ਕੌਣ ਕਹਿੰਦਾ ਹੈ ਕਥਾ ਮੰਨਣ ਚੱਲੇ ਹਾਂ? ਸੋਚੋ ਜਰਾ। ਅੱਜ ਕੀਰਤਨ ਮੰਨ ਕੇ ਆਵਾਂਗੇ, ਤੁਸੀਂ ਇਹ ਜ਼ਰੂਰ ਕਹਿੰਦੇ ਹੋ ਫਲਾਣੇ ਰਾਗੀ ਆ ਰਹੇ ਨੇ, ਕੀਰਤਨ ਸੁਣ ਕੇ ਆਉਂਦੇ ਹਾਂ। ਫਲਾਣੇ ਕਥਾਵਾਚਕ ਆ ਰਹੇ ਨੇ, ਕੀਰਤਨ ਬੜੀ ਵਧੀਆ ਕਥਾ ਕਰਦੇ, ਬੜਾ ਸੋਹਣਾ ਕੀਰਤਨ ਕਰਦੇ ਹਨ। ਸਮੇਂ ਤੋਂ ਪਹਿਲੇ ਆ ਕੇ ਬਹਿ ਜਾਂਦੇ ਹਾਂ ਅਸੀਂ। ਉੱਥੇ ਸਾਡੇ ਚਾਅ ਵਿੱਚ ਕੋਈ ਕਮੀ ਨਹੀਂ। ਯਾਦ ਰੱਖਣਾ, ਇਹ ਬੜਾ ਵੱਡਾ ਗੁਣ ਹੈ। ਪਰ ਮੰਨਿਆ ਕਿਤਨਿਆਂ ਨੇ, ਇਹ ਜ਼ਰੂਰ ਵੇਖਣਾ। ਬੋਲਣ ਵਾਲਾ ਬੋਲ ਕੇ ਚਲਾ ਗਿਆ, ਗਾਣ ਵਾਲਾ ਗਾ ਕੇ ਚਲਾ ਗਿਆ, ਸੁਣਨ ਵਾਲੇ ਸੁਣ ਕੇ ਚਲੇ ਗਏ, ਮੰਨਿਆ ਕਿਤਨਿਆਂ ਨੇ। ਇਸ ਕਰਕੇ ਸਾਡੇ ਜੀਵਨ ਵਿੱਚ ਪਰਿਵਰਤਨ ਨਹੀਂ ਆ ਪਾ ਰਿਹਾ, ਕਿਉਂਕਿ ਅਸੀਂ ਮੰਨਣ ਵੇਲੇ ਪਿੱਛੇ ਹੋ ਜਾਂਦੇ ਹਾਂ। ਇਹਨੂੰ ਹੀ ਕਹਿ ਰਹੇ ਨੇ, ਜੈ ਤਨ ਬਾਣੀ ਵਿਸਰ ਜਾਏ, ਭੁੱਲ ਗਈ। ਫਿਰ ਉਹਦਾ ਆਊਟਕਮ ਦੱਸਿਆ ਹੈ, ਜਿਉਂ ਪੱਕਾ ਰੋਗੀ ਵਿਲ ਲਾਏ। ਹੁਣ ਇਸ ਵਿਰਲਾਪ ਵੇਲੇ ਬੰਦਾ ਕੀ ਕਰਦਾ ਹੈ? ਰੱਬ ਅੱਗੇ ਗਿਲੇ ਗੁਜ਼ਾਰੀਆਂ ਕਰਦਾ ਹੈ, ਆਪਣੇ ਦੁੱਖਾਂ ਦੇ ਬਾਰੇ ਫਿਰ ਅਰਦਾਸ ਵਿੱਚ ਜ਼ਿਕਰ ਕਰਦਾ ਹੈ, ਵਾਹਿਗੁਰੂ ਤੂੰ ਮੈਨੂੰ ਇਹ ਦੁੱਖ ਕਿਉਂ ਦਿੱਤਾ, ਮੇਰਾ ਇਹ ਦੁੱਖ ਦੂਰ ਕਰ, ਮੈਨੂੰ ਤੇਰੇ ਨਾਲ ਬੜੀ ਸ਼ਿਕਾਇਤ ਹੈ। ਐਸੇ ਵੀ ਹਨ ਕਈ, ਮੈਂ ਖੁਦ ਸੁਣੀ ਅਰਦਾਸ ਆਪਣੇ ਕੰਨਾਂ ਨਾਲ। ਅਸੀਂ ਵਾਹਿਗੁਰੂ ਤੋਂ ਬੜੇ ਨਾਰਾਜ਼ ਹਾਂ, ਰੱਬ ਤੋਂ ਇੰਨੇ ਨਾਰਾਜ਼ ਹਾਂ ਕਿ ਹੁਣ ਅਸੀਂ ਨਹੀਂ ਬਸ ਮੰਨਣਾ ਛੇਤੀ ਨਾਲ। ਐਸੇ ਵੀ ਹਨ। ਹੁਣ ਪੁੱਛੋ ਨਾਰਾਜ਼ਗੀ ਦਾ ਕਾਰਨ ਕੀ ਹੈ? ਰੋਗ ਆ ਗਿਆ, ਕੋਈ ਘਟਨਾ ਵਾਪਰ ਗਈ, ਅਤੇ ਪਿੱਛੇ ਜਾਂਦੇ ਰਹੋ, ਜਾਂਦੇ ਰਹੋ, ਜਾਂਦੇ ਰਹੋ, ਆਖਿਰ ਕਾਰਨ ਤੁਹਾਨੂੰ ਮਨ ਦੀ ਵਾਸਨਾ ਮਿਲੇਗੀ। ਆਖਰੀ ਕਾਰਨ ਤਾਂ ਇਹੀ ਮਿਲੇਗਾ। ਪਰ ਉਹ ਇਤਨੀ ਸੂਖਮ ਹੁੰਦੀ ਹੈ, ਇਤਨੀ ਸੂਖਮ ਕਿ ਉਹਦੇ ਉੱਤੇ ਕਦ ਇਤਨਾ ਵੱਡਾ ਪੁਲਿੰਦਾ ਖੜਾ ਹੋ ਜਾਂਦਾ ਹੈ, ਬੰਦੇ ਨੂੰ ਉਹ ਚੀਜ਼ ਅਸਲ ਕਾਰਨ ਨਹੀਂ ਦਿਸਦਾ। ਫਿਰ ਜੋ ਉੱਤੇ ਉੱਤੇ ਬਣਤਰ ਬਣੀ ਹੈ, ਜੋ ਅਡੰਬਰ ਬਣਿਆ ਹੈ, ਜੋ ਕੁਝ ਵਾਪਰਿਆ ਹੈ ਉੱਪਰ ਉੱਪਰ, ਉਹਨਾਂ ਨੂੰ ਲੈ ਕੇ ਤੇ ਮਨੁੱਖ ਫਿਰ ਗਿਲੇ ਸ਼ਿਕਵੇ ਕਰਦਾ ਹੈ। ਜੜ ਤੱਕ ਨਹੀਂ ਪਹੁੰਚ ਰਿਹਾ, ਅਸਲ ਕਾਰਨ ਤੱਕ ਨਹੀਂ ਪਹੁੰਚ ਰਿਹਾ। ਅਸਲ ਕਾਰਨ ਇੱਕੋ ਹੈ, ਵਾਸਨਾ। ਉਹ ਕਿਉਂ ਪ੍ਰਭਾਵਿਤ ਕਰਦੀ ਹੈ? ਕਿਉਂਕਿ ਅਗਿਆਨਤਾ ਹੈ। ਅਤੇ ਦੋਨਾਂ ਦੀ ਨਿਵਰਤੀ ਗੁਰਬਾਣੀ ਹੈ, ਨਾਮ ਹੈ। ਇਤਨਾ ਜਿਹਾ ਫਾਰਮੂਲਾ ਹੈ ਬਸ। ਪਰ ਸਭ ਤੋਂ ਕਠਿਨ ਇਹੀ ਹੈ। ਸਤਿਗੁਰੂ ਕਹਿੰਦੇ, ਵਿਣ ਬੋਲੇ ਜਾਣੈ ਸਭ ਸੋਏ। ਸੋਏ ਦਾ ਅਰਥ ਵੈਸੇ ਤਾਂ ਇੱਥੇ ਪ੍ਰੋਨਾਊਨ ਥਰਡ ਪਰਸਨ, ਉਹ ਰੱਬ, ਇਹ ਕੀਤਾ ਗਿਆ ਹੈ। ਇੱਕ ਰੂਪ ਇਹਦਾ ਹੋਰ ਵੀ ਸਮਝ ਆਉਂਦਾ ਹੈ। ਸੋਏ ਦਾ ਅਰਥ ਹੈ ਸਾਡੇ ਅੰਦਰ ਦੀ ਖਬਰ। ਇਸ ਤਰ੍ਹਾਂ, ਪਰ ਵਿਆਕਰਣ ਦੀ ਮਾਤਰਾ ਸਭ ਦਾ ਭੱਬਾ ਔਂਕੜ ਵਾਲਾ ਹੈ, ਉਹ ਅਰਥ ਕਰਨ ਦੀ ਆਗਿਆ ਨਹੀਂ ਦਿੰਦਾ।
ਪਰ ਭਾਵ ਅਰਥਾਂ ਵਿੱਚ ਅਸੀਂ ਇਹ ਗੱਲ ਸਮਝ ਸਕਦੇ ਹਾਂ ਕਿ ਭਾਈ ਰੱਬ ਅੱਗੇ ਗਿਲੇ ਸ਼ਿਕਵੇ ਨਾ ਕਰ, ਵਿਅਰਥ ਦੇ ਉਲਾਮੇ ਨਾ ਦੇ, ਕਿਉਂਕਿ ਇਹਨਾਂ ਉਲਾਮਿਆਂ ਵਿੱਚੋਂ ਹਾਸਲ ਕੁਝ ਨਹੀਂ ਹੋਣਾ ਤੈਨੂੰ। ਹਾਂ, ਤੇਰਾ ਗੁਬਾਰ ਜ਼ਰੂਰ ਨਿਕਲ ਜਾਏਗਾ, ਪਰ ਇਹਦਾ ਅਰਥ ਇਹ ਨਹੀਂ ਉਹ ਦੁਬਾਰਾ ਗੁਬਾਰ ਭਰੇਗਾ ਨਹੀਂ, ਦੁਬਾਰਾ ਫਿਰ ਭਰੇਗਾ। ਤੂੰ ਕੁਝ ਐਸਾ ਕਰਕੇ ਦੁਬਾਰਾ ਗੁਬਾਰ ਭਰੇ ਹੀ ਨਾ। ਗੱਲ ਤੇ ਇਹ ਹੈ ਸਾਰੀ ਬਈ ਜਿਵੇਂ ਰੋਗ ਆਇਆ, ਬੰਦੇ ਨੇ ਵਕਤੀ ਤੌਰ 'ਤੇ ਦਵਾਈ ਖਾ ਲਈ, ਪਰ ਰੋਗ ਦੀ ਨਿਵਰਤੀ ਨਹੀਂ ਹੋਈ, ਤੇ ਇਹਦਾ ਅਰਥ ਇਹ ਥੋੜ੍ਹੀ ਉਹ ਰੀਅਕਰ ਨਹੀਂ ਹੋਏਗਾ ਰੋਗ, ਉਹ ਦੁਬਾਰਾ ਹੋ ਜਾਏ। ਸਿਆਣੇ ਲੋਕ ਕੀ ਕਰਦੇ ਹਨ ਕਿ ਰੋਗ ਨੂੰ ਜੜੋਂ ਖਤਮ ਕਰਨ ਦੀ ਵਿਚਾਰ ਦੱਸਦੇ ਹਨ, ਬਈ ਜੜੋਂ ਖਤਮ ਕਰ ਦਿਓ, ਉਹ ਵਜ੍ਹਾ ਮੁਕਾ ਦਿਓ ਜਿਸ ਕਾਰਨ ਰੋਗ ਆ ਰਿਹਾ ਹੈ, ਤਾਂ ਕਿ ਵਾਰ-ਵਾਰ ਇਹਦੀ ਪੁਨਰੁਕਤੀ ਨਾ ਹੋਵੇ। ਸਤਿਗੁਰੂ ਕਹਿੰਦੇ ਠੀਕ ਹੈ, ਤੇਰੇ ਅੰਦਰ ਭਰ ਗਿਆ ਸੀ ਗੁਬਾਰ। ਬੰਦਾ ਕਹਿੰਦਾ ਹੈ ਕਈ ਵਾਰ, ਲੋਕਾਂ ਨੂੰ ਲੈ ਕੇ ਮੈਂ ਤੇ ਚੰਗੀ ਤਰ੍ਹਾਂ ਗੁਬਾਰ ਕਢਾਇਆ ਉਹਦੇ ਅੱਗੇ ਆਪਣਾ। ਤੁਸਾਂ ਸਾਰਿਆਂ ਨੇ ਵੀ ਕਦੀ ਨਾ ਕਦੀ ਕੀਤਾ ਹੋਏਗਾ ਕੰਮ, ਯਾਦ ਰੱਖਣਾ। ਇਹ ਚੀਜ਼ ਉਹ ਰੱਬ ਨਾਲ ਵੀ ਕਰ ਰਿਹਾ ਹੈ। ਗੁਬਾਰ ਕੱਢ ਦਿੱਤਾ, ਫਿਰ ਆਇਆ ਉਸੇ ਹੀ ਮਾਹੌਲ ਵਿੱਚ, ਫਿਰ ਭਰ ਗਿਆ, ਥੋੜ੍ਹੇ ਦਿਨ ਬਾਅਦ ਫਿਰ ਕੱਢ ਦਿੱਤਾ। ਇਹ ਬਸ ਇਹੀ ਬਹੁਤਾ ਬੋਲਣ ਵਿੱਚ ਜੀਵਨ ਗੁਜ਼ਰ ਰਿਹਾ ਹੈ। ਸਤਿਗੁਰੂ ਕਹਿੰਦੇ ਇਹਦੀ ਲੋੜ ਨਹੀਂ ਸੀ ਵੈਸੇ, ਕਿਉਂਕਿ ਵਿਣ ਬੋਲੇ, ਬਗੈਰ ਬੋਲਿਆਂ ਹੀ ਉਹ ਪ੍ਰਭੂ ਤੇਰੇ ਅੰਦਰ ਦੀ ਸਾਰੀ ਗਤ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਹਰ ਅੰਤਰ ਜਾਮੀ ਸਭ ਬਿਦ ਜਾਣੇ, ਤਾਂ ਕਿਸ ਪਹਿ ਆਖ ਸੁਣਾਈਏ। ਉਹ ਨਾਲ ਇੱਕ ਗੱਲ ਹੋਰ ਵੀ ਕਹਿੰਦੇ, ਕਹਿਣਾ ਕਥਨ ਨਾ ਭੀਜੈ ਗੋਬਿੰਦ। ਤੇਰੇ ਕਹਿਣ ਨਾਲ, ਤੇਰਾ ਵਕਤਵਯ ਰੱਖਣ ਨਾਲ, ਬੋਲਣ ਨਾਲ ਉਹ ਨਹੀਂ ਭਿੱਜੇਗਾ। ਤੈਨੂੰ ਜ਼ਰੂਰ ਲੱਗੇਗਾ ਮੈਂ ਕਹਿ ਕੇ ਆ ਗਿਆ, ਮੈਂ ਗੁਬਾਰ ਕੱਢ ਲਿਆ, ਮੈਂ ਗਿਲਾ ਸ਼ਿਕਵਾ ਕਰ ਆਇਆ। ਜਿਵੇਂ 3-4 ਦਿਨ ਪਹਿਲੇ ਬੇਨਤੀ ਕੀਤੀ ਸੀ, ਬੁੱਲੇ ਸ਼ਾਹ ਦੇ ਮਨ ਵਿੱਚ ਵੀ ਸੀ ਨਾ, ਅੱਜ ਰੱਖ ਕੇ ਆਵਾਂਗੇ। ਉਧਰ ਸ਼ੇਖ ਸਾਦੀ ਵੀ ਸੋਚਦਾ ਸੀ ਵੀ ਦੱਸਾਂਗੇ ਆਪਣੇ ਸਾਈਂ ਨੂੰ, ਮਾਲਕ ਨੂੰ, ਖੁਦਾ ਨੂੰ, ਬਈ ਸਾਨੂੰ ਇਹ ਵੀ ਨਹੀਂ ਦਿੱਤਾ। ਪਰ ਦੋਨਾਂ ਨੂੰ ਸਮਝ ਆ ਗਈ ਵਕਤ ਸਿਰ, ਸੰਭਲ ਗਏ ਦੋਨੋਂ। ਇੱਕ ਕਹਿੰਦਾ ਖੁਦਾ ਮੈਨੂੰ ਜੁੱਤੀਆਂ ਨਹੀਂ ਚਾਹੀਦੀਆਂ, ਬਸ ਮੇਰੇ ਪੈਰ ਸਲਾਮਤ ਰੱਖੇ। ਦੂਸਰਾ ਉਸ ਕੁੱਤੇ ਤੋਂ ਪ੍ਰਭਾਵਿਤ ਹੋ ਗਿਆ, ਬਈ ਜੁੱਤੀਆਂ ਖਾ ਕੇ ਵੀ ਇਹ ਮਾਲਕ ਦੇ ਪੈਰਾਂ ਵਿੱਚ ਪਿਆ ਹੋਇਆ ਹੈ। ਮਾਲਕ ਨੇ ਫਿਰ ਉਹਨੂੰ ਘਰ ਦੇ ਅੰਦਰ ਵਾਪਸ ਲੈ ਆਉਂਦਾ, ਪਿਆਰ ਕੀਤਾ। ਸਤਿਗੁਰੂ ਕਹਿੰਦੇ ਇਸ ਬਹੁਤਾ ਬੋਲਣ ਦੀ ਜਗ੍ਹਾ ਤੂੰ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇ। ਇੱਥੇ ਇੱਕ ਪ੍ਰੈਕਟੀਕਲ ਸਮੱਸਿਆ ਜਿਹੜੀ ਆਉਂਦੀ ਹੈ ਨਾ ਜੀ, ਉਹ ਮੈਂ ਜ਼ਿਕਰ ਕਰਨ ਲੱਗਾ ਹਾਂ ਕਿ ਸਾਡਾ ਸਾਰਿਆਂ ਦਾ ਸੁਭਾਅ ਕੁਝ ਇਸ ਤਰ੍ਹਾਂ ਹੈ, ਅਸੀਂ ਆਖ ਦਿੰਦੇ ਹਾਂ ਵੀ ਹਲੇ ਮੈਂ ਖੱਪਿਆ ਹਾਂ, ਹਲੇ ਬਾਣੀ ਵੀ ਨਹੀਂ ਪੜ੍ਹੀ ਜਾ ਰਹੀ। ਹੁੰਦਾ ਹੈ ਸਾਡੇ ਨਾਲ, ਹਲੇ ਮੇਰਾ ਮਨ ਠੀਕ ਨਹੀਂ, ਹਲੇ ਬਾਣੀ ਨਹੀਂ ਪੜ੍ਹਦੀ। ਉਸ ਵੇਲੇ ਕੁਛ ਨਾ ਕਰੋ, ਜਿਵੇਂ ਤੁਹਾਡੇ ਅੰਦਰ ਉਹ ਚੀਜ਼ ਚੱਲ ਰਹੀ ਹੈ ਨਾ, ਜਿਵੇਂ ਉਹ ਚੀਜ਼ ਬਣੀ ਸੀ, ਆਪਣੇ ਆਪ ਸੈਟਲ ਹੋਏਗੀ। ਕਿਸੇ ਪ੍ਰਕਾਰ ਦੀ ਮਨ ਨਾਲ ਜ਼ੋਰ ਜ਼ਬਰਦਸਤੀ ਨਾ ਕਰੋ। ਪਰ ਜਿਸ ਵੇਲੇ ਤੁਹਾਨੂੰ ਲੱਗੇ ਮਨ ਸ਼ਾਂਤ ਹੋ ਗਿਆ, ਉਸ ਵੇਲੇ ਹੁਣ ਥੋੜ੍ਹੇ ਜਿਹੇ ਸ਼ਾਂਤ ਹੋਏ, ਮਤਲਬ ਸ਼ਾਂਤ ਦਾ ਅਰਥ ਇਹ ਨਹੀਂ ਵੀ ਇਹਦੇ ਵਿੱਚ ਟਿਕਾਊ ਆ ਗਿਆ। ਥੱਕ ਗਿਆ ਜਦੋਂ ਮਨ, ਗਿਲੇ ਕਰ ਕਰਕੇ ਥੱਕ ਗਿਆ ਜਦੋਂ ਮਨ, ਉਸ ਥੱਕੇ ਹੋਏ ਮਨ ਨੂੰ ਫੌਰਨ ਗੁਰਬਾਣੀ ਦੀ ਖੁਰਾਕ ਦੇਣੀ ਸ਼ੁਰੂ ਕਰ ਦਿਓ। ਇਹ ਵਕਤ ਸਾਨੂੰ ਸੰਭਾਲਣਾ ਪਵੇਗਾ। ਉਸ ਇਮੀਡੀਏਟ ਸਮੇਂ ਵਿੱਚ ਤੇ ਕੁਛ ਨਾ ਕੋਈ ਇਸ ਮਨ ਨੂੰ, ਜਿਵੇਂ ਇਹ ਰਹਿੰਦਾ ਹੈ ਨੂੰ ਰਹਿਣ ਦਿਓ, ਜੋ ਸੋਚਦਾ ਹੈ ਸੋਚਣ ਦਿਓ। ਪਰ ਅਸੀਂ ਭਾਂਫ ਜਾਂਦੇ ਹਾਂ, ਸਾਨੂੰ ਪਤਾ ਲੱਗ ਜਾਂਦਾ ਹੈ ਆਪਣੇ ਮਨ ਦੀ, ਸਾਰਿਆਂ ਨੂੰ ਪਤਾ ਹੈ ਹੁਣ ਥੱਕ ਗਿਆ ਹੈ, ਹੁਣ ਨਹੀਂ ਇਹ ਉਹ ਉਤਨਾ ਰੋਸ਼ ਨਹੀਂ ਹੈ। ਥੋੜ੍ਹਾ ਜਿਹਾ ਸਥਿਰ ਹੋਇਆ ਨਾ ਜੀ, ਬਿਲਕੁਲ ਸਥਿਰਤਾ ਉਹ ਨਹੀਂ ਅਡੋਲਤਾ ਵਾਲੀ। ਥੱਕਣ ਤੋਂ ਬਾਅਦ ਜਿਵੇਂ ਬੰਦਾ ਡਿੱਗ ਜਾਂਦਾ ਹੈ, ਥੋੜ੍ਹਾ ਜਿਹਾ ਉਸ ਤਰ੍ਹਾਂ ਰੁਕਿਆ ਅਤੇ ਉਸੇ ਸਮੇਂ ਇਹਨੂੰ ਗੁਰਬਾਣੀ ਦੀ ਖੁਰਾਕ ਦੇਣੀ ਸ਼ੁਰੂ ਕਰ ਦਿਓ। ਪਰ ਯਾਦ ਰੱਖਣਾ, ਇੱਕ ਚੀਜ਼ ਹੋਰ ਦੱਸ ਦੇਵਾਂ, ਇਹ ਤੁਹਾਡੀ ਹੁਣ ਆਪਣੀ ਸਮਝ ਹੈ ਔਰ ਆਪਣੀ ਪਾਤਰਤਾ ਹੈ ਸਭ ਦੀ। ਕੋਈ ਪੜ੍ਹਨ ਨਾਲ ਦੇਵੇਗਾ,
ਕੋਈ ਗਾਣ ਨਾਲ ਕੀਰਤਨ ਨਾਲ ਦੇਵੇਗਾ, ਕੋਈ ਵਿਚਾਰਨ ਨਾਲ ਦੇਵੇਗਾ। ਇਹ ਹੁਣ ਤੁਹਾਨੂੰ ਪਤਾ ਹੈ ਤੁਸੀਂ ਉਸ ਨੂੰ ਖੁਰਾਕ ਕਿਵੇਂ ਦੇਣੀ ਹੈ। ਇਹਦਾ ਤਰੀਕਾ ਹਰ ਵੇਲੇ ਸਿਰਫ ਪਾਠ ਕਰਨਾ ਨਹੀਂ, ਤੁਸੀਂ ਕੀਰਤਨ ਕਰਨ ਬਹਿ ਜਾਓ, ਤੁਸੀਂ ਵਿਚਾਰ ਕਰਨੀ ਸ਼ੁਰੂ ਕਰ ਦਿਓ ਬਾਣੀ ਦੀ, ਉਹਨੂੰ ਖੁਰਾਕ ਜ਼ਰੂਰ ਦੇਣੀ ਹੈ। ਬਸ ਇਹ ਹੁਣ ਤੁਸੀਂ ਵੇਖਣਾ ਹੈ ਕਿ ਉਹ ਖੁਰਾਕ ਤੁਸੀਂ ਕਿਵੇਂ ਆਪਣੇ ਮਨ ਤੱਕ ਪਹੁੰਚਾ ਸਕਦੇ ਹੋ। ਉਂਝ ਸਤਿਗੁਰੂ ਕਹਿੰਦੇ ਬਗੈਰ ਬੋਲਿਆਂ ਹੀ ਉਹ ਤੇਰੇ ਮਨ ਦੀ ਸਾਰੀ ਅੰਦਰ ਦੀ ਸਾਰੀ ਗਤ ਨੂੰ, ਹਾਲਤ ਨੂੰ, ਖਬਰ ਨੂੰ ਜਾਣਦਾ ਹੈ। ਰਹਾਓ ਜਿਨ ਕੰਨ ਕੀਤੇ ਅੱਖੀਂ ਨਾਕ, ਉਹ ਰੱਬ ਤੇ ਐਸਾ ਹੈ, ਜਿਸ ਰੱਬ ਨੇ ਤੈਨੂੰ ਕੰਨ ਬਖਸ਼ਿਸ਼ ਕੀਤੇ। ਕੰਨ ਕੀਤੇ, ਕੰਨ ਬਣਾਉਣ ਵਾਲਾ ਵੀ ਉਹ ਹੈ, ਕਿਉਂਕਿ ਸਰੀਰ ਤੇ ਉਹਦੇ ਹੁਕਮ ਵਿੱਚ ਬਣਿਆ ਹੈ ਨਾ ਜੀ। ਸਰੀਰ ਦੀ ਬਣਤਰ ਦਾ ਤੁਸੀਂ ਕਦੀ ਮੁੱਢ ਵੇਖੋਗੇ, ਰਕਤ ਤੇ ਵੀਰਜ ਹੈ। ਬਸ ਤੁਸੀਂ ਖੁਦ ਸੋਚੋ, ਰਕਤ ਔਰ ਵੀਰਜ ਦੋ ਬੂੰਦਾਂ ਹਨ ਸਿਰਫ। ਬਸ ਮਾਂ ਕੀ ਰਕਤ, ਪਿਤਾ ਬਿੰਦ ਧਾਰਾ। ਰਕਤ ਔਰ ਬਿੰਦ ਕੇਵਲ ਦੋ ਬੂੰਦਾਂ ਹਨ ਬਸ। ਉਸ ਤੋਂ ਇਤਨਾ ਆਲਾ ਸਰੀਰ ਬਣ ਗਿਆ, ਇਹ ਰੱਬ ਨੇ ਬਣਾਇਆ ਹੈ ਉਹਦੇ ਹੁਕਮ ਵਿੱਚ। ਉਹਦੀ ਇਹ ਜੋ ਸਾਰੀ ਵਿਧੀ ਹੈ, ਵਿਧਾਨ ਹੈ ਸ੍ਰਿਸ਼ਟੀ ਰਚਨਾ ਦਾ, ਉਹਦੇ ਵਿਧਾਨ ਵਿੱਚ ਉਹ ਇਤਨਾ ਵੱਡਾ ਕਾਰੀਗਰ ਹੈ, ਕਲਾਵਾਨ ਹੈ ਇਤਨਾ ਵੱਡਾ। ਕੋਈ ਬੰਦਾ ਇਸ ਤਰੀਕੇ ਦੀ ਬਣਤਰ, ਐਸਾ ਸਰੀਰ ਬਣਾ ਕੇ ਵਿਖਾ ਦੇਵੇ, ਐਸੀਆਂ ਅੱਖਾਂ ਕੋਈ ਬਣਾ ਕੇ ਵਿਖਾ ਦੇਵੇ। ਮੈਂ ਕੁਛ ਦਿਨ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ, ਰੋਬੋਟਿਕਸ ਵਿੱਚ ਅੱਜ ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ, ਪਰ ਐਸੀ ਉਂਗਲ ਨਹੀਂ ਬਣਾ ਸਕਿਆ ਅੱਜ ਤੱਕ ਵਿਗਿਆਨ, ਜਿਹੜੀ ਬਿਨਾਂ ਕਿਸੇ ਬੈਟਰੀ ਦੇ, ਬਿਨਾਂ ਕਿਸੇ ਪਾਵਰ ਦੇ ਆਪਣੇ ਆਪ ਇੰਝ ਹੱਥ ਚੱਲਦਾ ਹੋਵੇ। ਅਗਰ ਬਣੇ ਵੀ ਹਨ ਉਹ ਰੋਬੋਟਸ, ਤੇ ਯਾਦ ਰੱਖਣਾ ਉਹਨਾਂ ਨੂੰ ਸਪਲਾਈ ਦੇਣੀ ਪੈਂਦੀ ਹੈ ਪਾਵਰ ਦੀ। ਇਤਨੀ ਸਮੂਥਨੈਸ ਨਹੀਂ ਹੈ, ਐਸਾ ਨਹੀਂ ਬਣ ਸਕਦਾ। ਰੱਬ ਹੀ ਹੈ ਐਸਾ ਬਣਾਉਣ ਵਾਲਾ। ਬਸ ਸਤਿਗੁਰੂ ਕਹਿੰਦੇ ਉਹਨੇ ਵੇਖ ਕੰਨ ਕੀਤੇ ਹਨ, ਅੱਖਾਂ ਦਿੱਤੀਆਂ ਤੇ ਨੱਕ ਦਿੱਤੀ। ਔਰ ਯਾਦ ਰੱਖਣਾ ਇਹਨਾਂ ਗਿਆਨ ਇੰਦਰੀਆਂ ਦਾ ਫਰਜ਼ ਵੀ ਨਾਲ ਬਾਣੀ ਸਮਝਾਉਂਦੀ ਹੈ। ਅੱਗੇ ਪੰਕਤੀ ਲੈ ਕੇ ਫਿਰ ਬੇਨਤੀ ਕਰਾਂ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਸ ਰੱਬ ਨੇ ਜਿਹਵਾ ਤੈਨੂੰ ਬਖਸ਼ਿਸ਼ ਕੀਤੀ, ਜੀਵ ਦਿੱਤੀ, ਕੇਵਲ ਰਸ ਲੈਣ ਵਾਸਤੇ ਨਹੀਂ ਸਗੋਂ ਬੋਲਣ ਵਾਸਤੇ ਵੀ। ਜੀਵ ਦੇ ਦੋ ਕੰਮ ਹਨ ਨਾ ਜੀ। ਜਦੋਂ ਬੋਲਣ ਦੀ ਗੱਲ ਹੋਏਗੀ ਤੈਨੂੰ ਜਿਹਵਾ ਕਵਾਂਗੇ, ਜਦੋਂ ਰਸ ਚੱਖਣ ਦੀ ਗੱਲ ਹੋਏਗੀ ਉਹਨੂੰ ਰਸਨਾ ਕਵਾਂਗੇ। ਔਰ ਕੋਈ ਆਰਾਮ ਨਾਲ ਨਹੀਂ ਬੋਲਦੀ। ਤਾਤ ਦਾ ਮਤਲਬ ਹੈ ਛੇਤੀ ਛੇਤੀ, ਤੁਰੰਤ। ਇੰਨਾ ਛੇਤੀ ਛੇਤੀ ਇਹ ਜੀਭ ਬੋਲਦੀ ਹੈ। ਸਤਿਗੁਰੂ ਕਹਿੰਦੇ ਇਹ ਜੀਭ ਤੈਨੂੰ ਰੱਬ ਨੇ ਦਿੱਤੀ ਹੈ। ਇਹ ਕੰਨ, ਨੱਕ, ਅੱਖਾਂ ਤੈਨੂੰ ਰੱਬ ਨੇ ਬਖਸ਼ਿਸ਼ ਕੀਤੇ ਹਨ। ਭਾਵੇਂ ਸੋਹਣੀ ਕਾਇਆ, ਸੋਹਣਾ ਸਰੀਰ ਤੈਨੂੰ ਦਿੱਤਾ। ਹੁਣ ਸਰੀਰ ਵਿੱਚ ਜਾਨ ਵੀ ਤੇ ਪਾਈ ਉਹਨੇ। ਜਿਨ ਮਨ ਰਾਖਿਆ ਅਗਨੀ ਪਾਏ, ਤੇ ਜਿਸ ਰੱਬ ਨੇ ਸਰੀਰ ਵਿੱਚ ਅਗਨੀ ਪਾਈ, ਇਹ ਅਗਨੀ ਜਠਰ ਅਗਨੀ ਹੈ। ਹਰ ਬੰਦੇ ਦੇ ਸਰੀਰ ਦਾ ਇੱਕ ਤਾਪਮਾਨ ਹੈ, ਅਗਰ ਉਸ ਤੋਂ ਘਟ ਜਾਏ ਤੇ ਯਾਦ ਰੱਖਣਾ ਬੰਦਾ ਤਾਂ ਵੀ ਰੋਗੀ ਹੈ, ਵੱਧ ਜਾਏ ਤੇ ਤਾਂ ਵੀ ਰੋਗੀ ਹੈ। ਇਹ ਹੁਣ ਜਿਹੜਾ ਤਾਪ ਸਾਡਾ ਸਰੀਰ ਅੰਦਰੋਂ ਨਿੱਘਾ ਹੈ, ਗਰਮ ਹੈ, ਇਹ ਸੋਚੋ ਕਿਹੜੀ ਅੱਗ ਹੈ ਅੰਦਰ ਲਪਟਾਂ ਤੇ ਨਜ਼ਰ ਆਉਂਦੀਆਂ ਨੇ। ਇਹ ਕਿਹੜੀ ਅੱਗ ਹੈ? ਇਹਨੂੰ ਜਠਰਾਗਨ ਕਿਹਾ ਗਿਆ ਹੈ। ਸਰੀਰ ਦੀ ਅੱਗ, ਪੇਟ ਦੀ ਅੱਗ, ਜਠਰ ਅਗਨ। ਇਹ ਨਿੱਘ ਰੱਬ ਨੇ ਸਾਰਿਆਂ ਦੇ ਅੰਦਰ ਪਾਇਆ ਹੈ। ਤੇ ਨਾਲ ਹੀ ਕਹਿੰਦੇ ਮਨ ਰਾਖਿਆ, ਰੱਬ ਨੇ ਅੰਦਰ ਮਨ ਨੂੰ, ਇੱਥੇ ਅਰਥ ਲਵਾਂਗੇ ਜਿੰਦ, ਆਤਮਾ ਨੂੰ ਰੱਖ ਦਿੱਤਾ। ਜਿੰਦ ਰੱਖ ਦਿੱਤੀ ਅੰਦਰ। ਵਾਜੈ ਪਵਨ ਆਖੈ ਸਭ ਜਾਏ, ਤੇ ਨਾਲ ਹੀ ਅੰਦਰ ਸਵਾਸਾਂ ਦਾ ਵਾਜਾ ਵੱਜਦਾ ਹੈ, ਸਵਾਸ ਚੱਲਦਾ ਹੈ। ਵਾਜੈ ਪਵਨ, ਹਰ ਜਿਉ ਗੁਫਾ ਅੰਦਰ ਰੱਖ ਕੇ, ਬੋਲੋ ਹਰ ਜਿਉ ਗੁਫਾ ਅੰਦਰ ਰੱਖ ਕੇ। ਗੁਫਾ ਸਰੀਰ ਹੈ, ਜਿਉ ਜਿਹਨੂੰ ਇੱਥੇ ਮਨ ਕਿਹਾ ਜਾ ਰਿਹਾ ਹੈ, ਔਰ ਸਾਰਿਆਂ ਦਾ ਕਰਤਾ ਹਰੀ ਹੈ, ਰੱਬ ਹੈ। ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ
ਗੁਪਤ ਰਖਾਇਆ। 9 ਦਰਵਾਜ਼ੇ ਲਾ ਦਿੱਤੇ ਹਨ, ਜਿਨ੍ਹਾਂ ਵਿੱਚ ਗਿਆਨ ਇੰਦਰੇ ਵੀ ਹਨ। ਗੁਰੂ ਸਾਹਿਬ ਕਹਿੰਦੇ ਵਾਜੈ ਪਵਨ, ਅੰਦਰ ਪਵਨ ਦਾ ਵਾਜਾ ਵੱਜਦਾ ਹੈ, ਸਵਾਸ ਚੱਲਦਾ ਹੈ, ਆਖੈ ਸਭ ਜਾਏ। ਅਤੇ ਬੰਦਾ ਥਾਂ ਥਾਂ ਕਿਤੇ ਜਾ ਕੇ ਆਖਦਾ ਹੈ, ਬੋਲਦਾ ਹੈ, ਗੱਲਬਾਤ ਕਰਦਾ ਹੈ। ਸਾਡੇ ਕੋਲ ਮੋਬਿਲਿਟੀ ਹੈ, ਅਸੀਂ ਕਿਧਰੇ ਵੀ ਜਾ ਕੇ ਬੋਲ ਸਕਦੇ ਹਾਂ, ਕੋਈ ਕੰਮ ਕਰ ਸਕਦੇ ਹਾਂ। ਸੋਚੋ ਤਾਂ ਸਹੀ ਇੱਕ ਵਾਰ ਕਿ ਕਿਤਨਾ ਉੱਤਮ ਸਰੀਰ ਸਾਨੂੰ ਮਿਲਿਆ ਹੈ। ਇਹ ਸਮਰੱਥਾ ਬਾਕੀ ਜੋਨੀਆਂ ਦੇ ਕੋਲ ਇਸ ਰੂਪ ਵਿੱਚ ਨਹੀਂ ਹੈ, ਸਿਰਫ ਮਨੁੱਖ ਦੇ ਕੋਲ ਹੈ। ਪਰ ਸਤਿਗੁਰੂ ਕਹਿੰਦੇ ਇਸ ਸਰੀਰ ਨੂੰ ਬੰਦੇ ਨੇ ਵਰਤਿਆ ਕਿੱਥੇ? ਮੋਹ ਔਰ ਝੂਠੀ ਪ੍ਰੀਤ ਵਿੱਚ। ਜੇਤਾ, ਮੋਹ, ਪ੍ਰੀਤ, ਸਵਾਦ, 3 ਚੀਜ਼ਾਂ। ਕਹਿੰਦੇ ਜਿਤਨਾ ਵੀ ਮਾਇਆ ਦਾ ਮੋਹ ਹੈ, ਸੰਸਾਰ ਦੀ ਪ੍ਰੀਤੀ ਹੈ, ਝੂਠੀ ਪ੍ਰੀਤ। ਜਗਤ ਮੈਂ ਝੂਠੀ ਦੇਖੀ, ਇਹ ਉਸ ਪ੍ਰੀਤੀ ਦੀ ਸਤਿਗੁਰੂ ਜੀ ਨੇ ਇੱਥੇ ਵਿਚਾਰ ਲਈ। ਝੂਠੀ ਪ੍ਰੀਤ ਔਰ ਸਵਾਦ, ਰਸਾਂ ਦਾ ਜਿਤਨਾ ਸਵਾਦ ਲੈਣਾ ਹੈ, ਇਹ ਵੀ ਝੂਠੇ ਹਨ। ਮੋਹ ਵੀ ਝੂਠਾ ਹੈ, ਪ੍ਰੀਤ ਵੀ ਝੂਠੀ ਹੈ, ਅਤੇ ਸਵਾਦ ਵੀ ਝੂਠੇ ਹਨ। ਪਰ ਅਸੀਂ ਇਹਨਾਂ ਤਿੰਨਾਂ ਵਿੱਚ ਫਸੇ ਹੋਏ ਹਾਂ, ਮੋਹ ਵਿੱਚ, ਝੂਠੀ ਪ੍ਰੀਤ ਵਿੱਚ ਅਤੇ ਬਿਨਸਨ ਵਾਲੇ ਸਵਾਦਾਂ ਦੇ ਵਿੱਚ। ਪਰ ਇਹਨਾਂ ਸਾਰਿਆਂ ਦਾ ਪ੍ਰਭਾਵ ਸਾਡੇ ਉੱਤੇ ਕਿਵੇਂ ਪੈਂਦਾ ਹੈ? ਸਭਾ ਕਾਲਕ ਦਾਗਾ ਦਾਗ। ਇਹ ਸਾਰੇ ਹੀ ਮੋਹ, ਪ੍ਰੀਤ, ਸਵਾਦ, ਇਹ ਸਾਰੇ ਹੀ ਸਾਡੇ ਮਨ ਵਿੱਚ ਵਿਕਾਰਾਂ ਦੀ ਕਾਲਕ ਲਾਉਂਦੇ ਹਨ, ਸਾਨੂੰ ਕਾਲਾ ਕਰ ਦਿੰਦੇ ਹਨ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਦਾਗਾ ਦਾਗ। ਇਹ ਸਾਰੇ ਹੀ ਸਾਡੇ ਉੱਤੇ ਵਿਕਾਰਾਂ ਦੇ ਦਾਗ ਲਾਉਂਦੇ ਜਾਂਦੇ ਹਨ, ਲਾਈ ਜਾ ਰਹੇ ਹਨ ਦਾਗ। ਯਾਦ ਰੱਖਣਾ, ਜਿਤਨਾ ਅਸੀਂ ਇਹਨਾਂ ਵਿੱਚ ਫਸਾਂਗੇ, ਹਰ ਵਾਰ ਇੱਕ ਨਵਾਂ ਦਾਗ ਸਾਡੇ ਮੱਥੇ 'ਤੇ ਲੱਗ ਜਾਏਗਾ। ਹੁਣ ਇੱਕ ਅੱਧਾ ਦਾਗ ਹੁੰਦਾ ਤੇ ਅਸੀਂ ਕਹਿੰਦੇ ਚਲੋ ਬਾਕੀ ਸਰੀਰ ਠੀਕ ਹੈ, ਜੀਵਨ ਠੀਕ ਹੈ। ਪਰ ਹਰ ਕਰਮ ਦਾਗੀ, ਹਰ ਕਰਮ ਦਾਗੀ। ਤੁਸੀਂ ਫਲ ਲੈਣ ਜਾਂਦੇ ਹੋ, ਇੱਕ ਜਗ੍ਹਾ ਦਾਗੀ ਹੋਵੇ, ਕਈ ਵਾਰ ਤੁਹਾਨੂੰ ਵੇਚਣ ਵਾਲਾ ਕਹਿੰਦੇ ਨੇ ਚਲੋ ਇਤਨੀ ਜਿਹੀ ਜਗ੍ਹਾ ਤੋਂ ਇੱਥੇ ਦਾਗ ਲੱਗਾ ਹੈ, ਬਾਕੀ ਤਾਂ ਠੀਕ ਹੈ, ਤੁਸੀਂ ਵੀ ਲੈ ਆਉਂਦੇ ਹੋ ਕਈ ਵਾਰ। ਪਰ ਜੇ ਫਲ ਪੂਰਾ ਹੀ ਦਾਗੀ ਹੋਵੇ, ਦੱਸੋ ਕੌਣ ਲਵੇਗਾ? ਉਹਦਾ ਕੀ ਮੁੱਲ ਹੈ? ਇਸੇ ਤਰ੍ਹਾਂ ਜਿਹੜਾ ਜੀਵ, ਜਿਹੜਾ ਮਨ ਦਾਗੀ ਹੈ, ਜਿਹੜਾ ਮਨੁੱਖ ਸਿਰ ਤੋਂ ਲੈ ਕੇ ਪੈਰ ਤੱਕ ਦਾਗੀ ਹੀ ਦਾਗੀ ਹੈ, ਕਹਿੰਦੇ ਉਹ ਜਾਂਦਾ ਵੀ ਇੱਥੋਂ ਦਾਗ ਦੋਸ਼ ਮੂੰਹ ਚੱਲਿਆ ਲਾਏ। ਸਤਿਗੁਰੂ ਕਹਿੰਦੇ ਬਾਣੀ ਨੂੰ ਭੁਲਾ ਕੇ ਸਿਮਰਨ ਤੋਂ ਹੀਣਾ, ਇਹ ਦਾਗ ਔਰ ਦੋਸ਼ ਹੀ ਆਪਣੇ ਮੂੰਹ 'ਤੇ ਭਾਵ ਆਪਣੇ ਮੱਥੇ 'ਤੇ ਲਾ ਕੇ ਇੱਥੋਂ ਤੁਰ ਪੈਂਦਾ ਹੈ। ਦਰਗਾਹ ਬੈਸਣ ਨਾਹੀ ਜਾਏ। ਅਤੇ ਅੱਗੇ ਪਹੁੰਚ ਗਿਆ ਰੱਬ ਦੇ ਦਰਬਾਰ ਵਿੱਚ, ਉਹਦੀ ਹਜ਼ੂਰੀ ਵਿੱਚ, ਹੈ ਦਾਗੀ ਹੈ ਅਤੇ ਸੋਚਦਾ ਹੈ ਵੀ ਮੈਨੂੰ ਇੱਥੇ ਥਾਂ ਮਿਲ ਜਾਏਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਰੱਬ ਦੀ ਹਜ਼ੂਰੀ ਵਿੱਚ, ਰੱਬ ਦੀ ਦਰਗਾਹ ਵਿੱਚ ਬਹਿਣ ਲਈ ਇਹਨੂੰ ਥਾਂ ਨਹੀਂ ਮਿਲਦੀ। ਐਸਿਆਂ ਨੂੰ ਰੇਰੇ ਕਿਹਾ ਜਾਂਦਾ ਹੈ, ਜਾਓ ਆਪਣੇ ਦਾਗ ਧੋ ਕੇ ਆਓ। ਪਰ ਸੁਚੇਤ ਹੋਣਾ, ਇੱਥੇ ਦਾਗ ਧੋਣ ਵਾਸਤੇ ਫਿਰ ਇਮੀਡੀਏਟਲੀ ਮਨੁੱਖਾ ਸਰੀਰ ਨਹੀਂ ਮਿਲੇਗਾ। ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ। ਵਾਰ-ਵਾਰ ਨਹੀਂ ਮਿਲੇਗਾ, ਇੱਕਦਮ ਛੇਤੀ ਨਾਲ ਬਈ ਇਸ ਜਨਮ ਤੋਂ ਬਾਅਦ ਫਿਰ ਮਨੁੱਖੀ ਦੇਹੀ ਦਾਗ ਦੋਸ਼ ਧੋਣ ਵਾਸਤੇ ਨਹੀਂ। ਫਿਰ ਪਤਾ ਨਹੀਂ ਕਿਹੜੀ ਜੂਨ ਤੋਂ ਯਾਤਰਾ ਸ਼ੁਰੂ ਹੋਏਗੀ। ਸਤਿਗੁਰੂ ਇਸ ਕਰਕੇ ਕਹਿੰਦੇ ਪਾਤਸ਼ਾਹ ਕਿਰਪਾ ਕਰ, ਮੈਨੂੰ ਆਪਣਾ ਨਾਮ ਬਖਸ਼, ਬਾਣੀ ਬਖਸ਼, ਤਾਂ ਕਿ ਮੇਰੀ ਜ਼ਿੰਦਗੀ ਸਵਰ ਸਕੇ, ਮੈਂ ਨਿਕਲ ਸਕਾਂ ਇਸ ਜੰਜਾਲ ਤੋਂ। ਵਿਸ਼ਵਾਸ ਨਾਲ ਕਹਿੰਦੇ ਹਨ, ਕਰਮ ਮਿਲੈ ਆਖਣ ਤੇਰਾ ਨਾਉ। ਜਿਨ੍ਹਾਂ ਉੱਤੇ ਵਾਹਿਗੁਰੂ ਜੀ ਤੇਰੀ ਕਿਰਪਾ ਹੋ ਜਾਵੇ, ਤੇਰੇ ਕਰਮ ਨਾਲ, ਤੇਰੇ ਫਜ਼ਲ ਨਾਲ, ਤੇਰੀ ਬਖਸ਼ਿਸ਼ ਨਾਲ ਹੀ ਤੇਰਾ ਨਾਮ ਸਿਮਰਨ ਕਰਨ ਵਾਸਤੇ ਪ੍ਰਾਪਤ ਹੁੰਦਾ ਹੈ। ਨਾਮ ਉਹ ਦਾਤ ਹੈ ਜਿਹਦਾ ਸਿਮਰਨ ਕਰਨਾ ਹੈ। ਯਾਦ ਰੱਖਣਾ, ਸਿਮਰਨ ਤੇ ਕੇਵਲ ਇੱਕ ਪ੍ਰੋਸੈਸ ਹੈ, ਉਹ ਕਿਸੇ ਦਾ ਵੀ ਕਰ ਸਕਦੇ ਹੋ ਤੁਸੀਂ। ਆਮ ਤੌਰ 'ਤੇ ਅਸੀਂ ਸਿਮਰਨ ਤੇ ਹਰ ਵੇਲੇ ਕਰ ਰਹੇ ਹਾਂ। ਸਾਨੂੰ ਆਪਣੇ ਧਨ ਦਾ ਸਿਮਰਨ ਹੈ, ਆਪਣੇ ਤਨ ਦਾ ਸਿਮਰਨ ਹੈ,
अपनी संपत्ति का सिमरन है, अपने परिवार का सिमरन है, वो तो हर वेले चल रहा है। पर सतगुरु कहते करम मिलै आखण तेरा, सिमरन करन वास्ते बख्शिश नाल जदों तेरा नाम मिल जाता है। जित लग तरना होर नहीं थां, ये नाम ही है जिस विच लग के जीव भवजल तो तर सकता है। इस तो इलावा होर कोई सहारा, कोई थौ टिकाणा, कोई साधन नहीं है जिस नाल इस भवजल तो तरिया जा सके। पर हुण जिहड़े डुब रहे हैं कि उन्होंने रब ने डुबण लई छड़ दिता, पातशाह कहते नहीं, वो फिर दयालु है। जे को डूबे फिर होवे सार। सतगुरु कहते जिहड़े डुबदे पए हैं ना, उन्हां दी भी फिर संभाल होंदी है। होवे दा अर्थ है होंदी है, अपनी संभाल वो आप नहीं कर सकते, फिर रब उन्हां दी संभाल करता है। भाव अपनी किरपा नाल कोई ना कोई जुगत उन्हां दे जीवन च बना देंदा है भी ऐ भी तर जाण। नानक साचा सर्बदातार, क्योंकि हे नानक सारियां नूं दातां देण वाला वो जिहड़ा मालक है, सतगुरु कहंदे वो सदा थिर रहण वाला है। वो सदा थिर रहण वाला मालक सारियां ते बख्शिशां करन वाला है, सारियां नूं दातां देण वाला है। उस दे दर तो कोई भी खाली नहीं जांदा। प्रभ तुदों खाली को नहीं, बोलो प्रभ तुदों खाली को नहीं। दो जुगतियां हन कह के समाप्ति करां जी। जदों आओ ना गुरु साहब जी दे कोल मत्था टेकण, वख-वख पंक्तियां बाणी च, पर एक कोई तरीका पकड़ लो। जिस वेले आओ तुसी कहो तो मैं आया, सरणी आया, भरोसे किरपा, भरोसे आया, किरपा आया, ऐ शब्द वरतो। ते नाल आख दिओ नानक साचा सर्बदातार, प्रभ तुदों खाली को नहीं। क्यों ये भरोसा लैके आया हाँ, क्योंकि तेरे तो कोई खाली नहीं जाता। हाँ थोड़ा पै जाए उहदी झोली विच, थोड़ी किरपा हो जाए, पर खाली नहीं तू भेजदा किसी नूं। अज अरदास करियो पातशाह जियो तपत है बारो बार, तप तप खप्पै बहुत बेकार। मैं तप रहा हाँ, दिल दुखी हो रहा है, मन तपदा पिया है, खपदा पिया है, पर अज किरपा कर थोड़ी जी बाणी मेरे जीवन विच मनण वास्ते पा दे। क्योंकि प्रभ तुदों खाली को नहीं, कोई खाली नहीं है। थोड़ा जा किनका मात्र मेरे जीवन विच बख्श, ताकि मेरा भी पार उतारा हो सके। इतने शब्द प्रवान होइयां भुलां दी खिमा, अदब सत्कार प्रेम भावना सहित गुरु बख्शी फतेह दी पावो सांझ। वाहिगुरु जी का खालसा, वाहिगुरु जी की फतेह।